देश दुनिया च वसदे पंजाबियों को जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने श्रोमणी गुरुद्वारा प्रबंधक कमेटी के साबका मुख सकत्तर सरदार हरचरण सिंह। जदों श्री दरबार साहब का जिक्र आता है तो आम सिख लई उहदी होंद तो वड्डा सवाल खड़ा हो जाता है। श्री दरबार साहब श्री हरमंदर साहब जदों पौड़ियां उतरदे आ ते एक जन सधारण के अंदर जिहड़ी निमरता निर्माणता आउंदी आ उहदी थाह पाउणी उही जाणदा जिहड़ा कदे उत्थे पूरी शरधा नाल गया। ते एन कंपलैक्स के दरबार साहब परिक्रमा के दूजे बन्ने तेजा सिंह समुंदरी हाल है, जिहदे श्रोमणी गुरुद्वारा प्रबंधक कमेटी सारे गुरु घरां दा प्रबंध चलाउंदी है। स्कूल कॉलेज ते होर पता नहीं की बहुत सारा तामझाम है। एक सवाल उठे अजकल श्रोमणी कमेटी ते कि आखिर एडे वड्डे प्रबंध दे विच ट्रांसपेरेंसी नूं लैके पारदर्शिता नूं लैके श्री अकाल तख्त साहब के जथेदार वालों कुछ सवाल खड़े करते गए आ। एक जांच कमेटी बनाई सी उहनूं लैके उहदी रिपोर्ट नूं लैके साडे नाल साबका मुख सकत्तर ने श्रोमणी कमेटी दे, इन्हां नूं भी अगली मीटिंग दे विच सिंह साहिबान की अगली मीटिंग च सद्दिया गया ये स्पष्टीकरण देण लई कि तुसीं उदों मुख सकत्तर सीगे जदों सरूप अगन भेट होए, जदों सरूप मिसिंग होए। आ जिहड़ा सारा रौला रप्पा है कि कित्थे चले गए सरूप, आखिर वो गलतियां कित्थे कित्थे होईयां। सो अगली बारी इन्हां ने भी हाजिर होना है। मैं सरदार साहब पहला सवाल तुहानूं ये करदा है कि ਇਹਦੇ ਤੇ ਤੁਹਾਡਾ ਪ੍ਰਤੀਕਰਮ ਕੀ ਹੈ ਜਿਹੜਾ ਸਿੰਘ ਸਾਹਿਬ ਨੇ ਤੁਹਾਨੂੰ ਸੱਦਿਆ? ਰੰਧਾਵਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਕਿ ਮੇਰਾ ਪ੍ਰਤੀਕਰਮ ਇਹ ਹੈ ਕਿ ਸਿੰਘ ਸਾਹਿਬ ਨੇ ਸੱਦਿਆ ਹੈ ਤਾਂ ਮੈਂ ਬਿਲਕੁਲ ਗੁਰੂ ਘਰ ਦਾ ਨਿਮਾਣਾ ਸਿੱਖ ਹੋ ਕੇ ਮੈਂ ਜ਼ਰੂਰ ਜਾਵਾਂਗਾ ਉੱਥੇ ਜੀ। ਜੇ ਉਹਨੇ ਮੈਨੂੰ ਬੁਲਾਇਆ ਹੈ ਮੈਂ ਜ਼ਰੂਰ ਜਾਵਾਂਗਾ। ਉਹਨਾਂ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਜਿਹੜਾ ਮੈਂ ਬਾਰ-ਬਾਰ ਪੜ੍ਹਿਆ ਹੈ ਜੀ, ਉਹਨਾਂ ਨੇ ਕਿਹਾ ਹੈ ਕਿ ਜਦੋਂ ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਟ ਹੋਏ ਨੇ ਤਾਂ ਚੀਫ ਸੈਕਟਰੀ ਤੇ ਬਾਕੀ ਐਗਜ਼ੈਕਟਿਵ ਕਮੇਟੀ ਨੇ, ਅੰਤਰਿਮ ਕਮੇਟੀ ਨੇ ਪਛਤਾਤਾਪ ਵਜੋਂ ਪਾਠ ਨਹੀਂ ਕੀਤਾ। ਪਛਤਾਤਾਪ ਕਿਉਂ ਨਹੀਂ ਮਨਾਇਆ ਜੀ? ਦਰਅਸਲ ਗੱਲ ਹੈਗੀ ਹੈ ਕਿ ਅਸੀਂ ਐਗਜ਼ੈਕਟਿਵ ਕਮੇਟੀ ਉਸ ਦਿਨ ਦੀ ਮੀਟਿੰਗ ਸੀ, ਜਿਹੜੀ ਮੀਟਿੰਗ ਪੋਸਟਪੋਨ ਹੋਈ ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਟ ਕਰਕੇ, ਤੇ ਉਸ ਅੰਤਰਿਮ ਕਮੇਟੀ ਦੇ ਮੈਂਬਰ ਪ੍ਰਧਾਨ ਸਾਹਿਬ, ਸੀਨੀਅਰ ਮੀਤ ਪ੍ਰਧਾਨ ਸਰ ਪੌਰ ਸਾਹਿਬ, ਸਰ ਸੁਖਦੇਵ ਸਿੰਘ, ਇਹ ਸਾਰੇ ਅਸੀਂ ਉੱਥੇ ਗਏ ਜੀ। ਇੱਥੋਂ ਮੈਂ ਗੱਲ ਦੱਸ ਦੇਵਾਂ ਜਿਹੜੀ ਗੱਲ ਮੈਂ ਉਹਨਾਂ ਨੂੰ ਦੱਸਣੀ ਸਿੰਘ ਸਾਹਿਬਾਨ ਨੂੰ ਵੀ, ਮੈਂ ਉਦੋਂ ਵੀ ਮੱਕੜ ਸਾਹਿਬ ਨੂੰ ਬੇਨਤੀ ਕੀਤੀ ਕਿ ਆਪਾਂ ਸਾਰੇ ਅੱਜ ਅੰਤਰਿਮ ਕਮੇਟੀ ਦੀ ਮੀਟਿੰਗ ਹੈ, ਇਹਨੂੰ ਪੋਸਟਪੋਨ ਨਾ ਕਰੋ, ਏਜੰਡਾ ਸਾਰਾ ਪੋਸਟਪੋਨ ਕਰ ਦਿਓ, ਸਿਰਫ ਜਪਜੀ ਸਾਹਿਬ ਦਾ ਇੱਕ ਪਾਠ ਕਰਕੇ ਤੇ ਅਰਦਾਸ ਕਰੀਏ ਕਿ ਤਾਂ ਕਿ ਮੁੜ ਕੇ ਇਹੋ ਜਿਹੀ ਘਟਨਾਵਾਂ ਨਾ ਬੀਤਣ। ਜੀ ਕੋਈ ਨਹੀਂ, ਤੁਸੀਂ ਚੀਫ ਸੈਕਟਰੀ ਸਾਹਿਬ ਰਹਿਣ ਦਿਓ, ਆਪਾਂ ਬਾਅਦ ਚ ਵੇਖ ਲਾਂਗੇ ਕੀ ਕਰਨਾ। ਮੈਂ ਕਿਹਾ ਜੀ ਸਤ ਬਚਨ ਜੀ, ਇੱਕ ਗੱਲ ਬਿਲਕੁਲ ਯਾਦ ਰੱਖਿਆ ਜੇ ਕਿ ਚੀਫ ਸੈਕਟਰੀ ਇੱਕ ਅਧਿਕਾਰੀ ਹੁੰਦਾ, ਚੀਫ ਸੈਕਟਰੀ ਕੋਈ ਪ੍ਰਧਾਨ ਨਹੀਂ ਹੁੰਦਾ ਜੀ। ਇਹੋ ਜਿਹਾ ਫੈਸਲਾ ਅਲਟੀਮੇਟਲੀ ਤਾਂ ਪ੍ਰਧਾਨ ਨੇ ਕਰਨਾ ਹੈ, ਕਿਉਂਕਿ ਉਹਨੇ ਹੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਪ੍ਰੈਜ਼ਾਈਡ ਕਰਨੀ ਹੈ, ਉਹਨੇ ਹੀ ਕੋਈ ਫੈਸਲਾ ਕਰਨਾ ਹੁੰਦਾ ਜੀ। ਅਸੀਂ ਤਾਂ ਇੰਪਲੀਮੈਂਟ ਕਰਨ ਵਾਲੇ ਹੁੰਦੇ ਹਾਂ। ਤੇ ਮੈਂ ਆਪਣਾ ਸੁਜੈਸ਼ਨ ਦਿੱਤਾ, ਪਰ ਇੱਕ ਗੱਲ ਮੈਂ ਤੁਹਾਨੂੰ ਰੰਧਾਵਾ ਜੀ ਹੋਰ ਦੱਸ ਦੇਵਾਂ, ਜਿਹੜੀ ਮੇਰੀ ਨਿੱਜੀ ਗੱਲ ਹੈ। ਮੈਂ ਬਤੌਰ ਗੁਰਦਾ ਸਿੱਖ ਮੈਂ ਆਪ ਜਪਜੀ ਸਾਹਿਬ ਦਾ ਪਾਠ ਕਰਕੇ ਅੱਖਾਂ ਬੰਦ ਕਰਕੇ ਅਰਦਾਸ ਵੀ ਕੀਤੀ, ਇਹ ਸੱਚਾ ਪਾਤਸ਼ਾਹ ਕਿ ਇਹੋ ਜਿਹੀਆਂ ਘਟਨਾ ਨਹੀਂ ਹੋਣੀਆਂ ਚਾਹੀਦੀਆਂ ਜੀ। ਬੜੀ ਮਾੜੀ ਗੱਲ ਹੈ ਕਿ ਮੈਂ ਇੱਥੋਂ ਦਾ ਮੁੱਖ ਸਕੱਤਰ ਹਾਂ ਤੇ ਇਹ ਮੇਰੇ ਹੁੰਦੇ ਦੌਰਾਨ ਇੱਥੇ ਅੱਗ ਲੱਗੀ ਹੈ। ਅਗਲੀ ਗੱਲ ਹੋਰ ਮੈਂ ਤੁਹਾਨੂੰ ਦੱਸਦਾ, ਉੱਥੇ ਕਈ ਛੋਟੀਆਂ ਗੱਲਾਂ ਹੋਰ ਵੀ ਵਿਚਾਰ ਹੋਈਆਂ ਕਿ ਇਹ ਜਿਹੜੀ ਜਗ੍ਹਾ ਹੈ ਇਹ ਠੀਕ ਨਹੀਂ, ਗੁਰੂ ਰਾਮਸਰ ਸਾਹਿਬ, ਹਾਂ ਜੀ, ਇਹਨੂੰ ਆਪਾਂ ਸ਼ਿਫਟ ਕਰ ਦਈਏ। ਭਾਈ ਗੁਰਦਾਸ ਹਾਲ ਦਾ ਇੱਕ ਵਿਚਾਰ ਆਇਆ, ਭਾਈ ਗੁਰਦਾਸ ਹਾਲ ਦੀ ਫਿਰ ਮਿਣਤੀ ਕੀਤੀ ਗਈ, ਲੰਬਾਈ ਚੌੜਾਈ ਕਿਵੇਂ ਹੋਈਆਂ। ਜਿਹੜੇ ਇੰਜੀਨੀਅਰ ਸੀ ਉਹ ਗਏ, ਮੈਂ ਵੀ ਆਪ ਉੱਥੇ ਗਿਆ। ਉੱਥੇ ਇੱਕ ਛੋਟਾ ਜਿਹਾ ਸਕੂਲ ਚੱਲਦਾ ਸੀ, ਉਹ ਵੀ ਫੈਸਲਾ ਹੋਇਆ ਕਿ ਸਕੂਲ ਨੂੰ ਬੰਦ ਕਰ ਦਈਏ ਤੇ ਕਿਤੇ ਸ਼ਿਫਟ ਕਰ ਦਈਏ। ਇਹ ਸਾਰਾ ਕੁਝ ਹੋਇਆ। ਅੱਜ ਮੈਨੂੰ ਸ਼੍ਰੋਮਣੀ ਕਮੇਟੀ ਚੋਂ ਆਇਆ 3 ਸਾਲ ਤੇ 1 ਮਹੀਨਾ ਹੋ ਗਿਆ। ਮੇਰਾ ਨਹੀਂ ਖਿਆਲ ਕਿ ਭਾਈ ਗੁਰਦਾਸ ਹਾਲ ਜਾਂ ਕਿਸੇ ਹੋਰ ਜਗ੍ਹਾ ਤੇ ਇਸ ਬਾਰੇ ਕੋਈ ਨਿਰਣਾ ਲਿਆ ਗਿਆ ਹੋਵੇ ਜਾਂ ਕੋਈ ਫੈਸਲਾ ਕੀਤਾ ਹੋਵੇ। ਵੈਸੇ ਜੇ ਮੈਨੂੰ ਬੁਲਾਇਆ ਗਿਆ ਤਾਂ ਇਸ ਕਰਕੇ ਕਿ ਅਸੀਂ ਉੱਥੇ ਪਛਤਾਤਾਪ ਨਹੀਂ ਕੀਤਾ। ਮੈਂ ਉਹਨਾਂ ਕੋਲ ਜਾਵਾਂਗਾ ਜੀ, ਗੱਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਆਪਣੀ ਦਲੀਲ ਵੀ ਦਿਆਂਗਾ, ਆਪਣੇ ਆਰਗੂਮੈਂਟ ਵੀ ਦਿਆਂਗਾ। ਜੇ ਉਹਨਾਂ ਨੂੰ ਪ੍ਰਵਾਨ ਹੋਇਆ ਪ੍ਰਵਾਨ ਕਰ ਲੈਣ, ਜੇ ਨਹੀਂ ਪ੍ਰਵਾਨ ਹੋਇਆ ਜਿਹੜੀ ਸਜ਼ਾ ਦੇਣਗੇ ਸਿਰ ਨੀਵਾ ਕਰਕੇ ਸਜ਼ਾ ਵੀ ਲੈ ਲਵਾਂਗਾ। ਸਰਦਾਰ ਸਾਹਿਬ, ਇਹ ਵੱਡਾ ਸਵਾਲ ਹੈ ਕਿ ਅੱਜ ਤੁਸੀਂ ਕਹਿੰਦੇ ਕਿ ਤੁਸੀਂ ਉਸ ਦਿਨ ਅੱਖਾਂ ਬੰਦ ਕਰਕੇ ਪਾਠ ਵੀ ਕੀਤਾ, ਅਰਦਾਸ ਵੀ ਕੀਤੀ, ਗੁਰੂ ਮਹਾਰਾਜ ਤੋਂ ਇਹ ਵੀ ਬੇਨਤੀ ਕੀਤੀ, ਜੋੜਦੀ ਕੀਤੀ ਕਿ ਅੱਗੇ ਤੋਂ ਇਹੋ ਜਿਹੀ ਗੱਲ ਨਾ ਹੋਵੇ। ਤੁਹਾਡੇ ਉਸ ਵੇਲੇ ਦੇ ਸਿਆਸੀ ਆਕਾ ਜਿਹੜੇ ਸੀ, ਅੱਜ ਚਲੋ ਫੌਤ ਹੋ ਗਿਆ ਦੁਨੀਆ 'ਚ ਨਹੀਂ, ਅਵਤਾਰ ਸਿੰਘ ਮੱਕੜ, ਉਹ
ਕਿਸ ਕਾਰਨ ਕਰਕੇ ਅੜ ਗਏ? ਤੁਹਾਨੂੰ ਕੀ ਲੱਗਿਆ ਉਹਨਾਂ ਦੀ ਮਾਨਸਿਕਤਾ, ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦਾ ਔਰਾ, ਉਹ ਕੀ ਕਹਿੰਦਾ? ਆਖਿਰ ਕਿਉਂ ਉਹ ਮੁਨਕਰ ਹੋ ਗਏ ਕਿ ਏਡੀ ਵੱਡੀ ਘਟਨਾ ਹੋ ਜੇ, ਕਿਤੇ ਇੱਕ ਸਰੂਪ ਅਗਨ ਭੇਟ ਹੋ ਜੇ? ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸ਼ਾਰਟ ਸਰਕਟ ਜਾਂ ਬਾਕੀ ਥਾਵਾਂ ਤੇ ਬੜਾ ਹੋ ਹੱਲਾ ਹੋ ਜਾਂਦਾ, ਸਾਡੀਆਂ ਭਾਵਨਾਵਾਂ ਵਾਕਈ ਉਹ ਜੁੜੀਆਂ ਹੁੰਦੀਆਂ। ਉਹ ਕੀ ਕਾਰਨ ਸੀਗਾ ਕਿ ਏਡੀ ਘਟਨਾ ਵਾਪਰ ਜਾਣ ਦੇ ਬਾਅਦ ਉਹਦੇ ਤੇ ਪਰਦਾਦਾਰੀ ਕੀਤੀ ਗਈ? ਤੁਹਾਨੂੰ ਕੀ ਲੱਗਦਾ? ਗੱਲ ਇਸ ਟਾਈਮ ਬਹੁਤਾ ਦਾ ਜਵਾਬ ਤਾਂ ਮੱਕੜ ਸਾਹਿਬ ਜੀ ਹੁੰਦੇ ਤਾਂ ਆਪ ਹੀ ਦੇ ਸਕਦੇ ਸੀ, ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਰੰਧਾਵਾ ਸਾਹਿਬ, ਮੇਰੀ ਸਰ ਸੁਖਦੇਵ ਸਿੰਘ ਕੌਰ ਨਾਲ ਗੱਲ ਹੋਈ, ਉਹ ਕਹਿਣ ਲੱਗੇ ਕਿ ਮੈਂ ਵੀ ਮੱਕੜ ਸਾਹਿਬ ਨੂੰ ਕਿਹਾ ਸੀ ਕਿ ਆਪਾਂ ਇਹਦਾ ਪਛਤਾਵਾ ਦਾ ਪਾਠ ਕਰੀਏ, ਤੇ ਉਹ ਮੰਨੇ ਨਹੀਂ ਹੈਗੇ। ਤੇ ਹੁਣ ਮੈਂ ਇਹਦੇ ਬਾਰੇ ਕੀ ਕਹਿ ਸਕਦਾ? ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਆਈ ਹੋਣੀ ਹੈ ਵੀ ਇਹ ਗੱਲ ਨੂੰ ਬਹੁਤਾ ਕਿਉਂ ਵੱਡਾ ਕਰੀਏ, ਜਾਂ ਮੈਂ ਤਾਂ ਪਤਾ ਕੁਝ ਕਹਿ ਨਹੀਂ ਸਕਦਾ, ਕਿਉਂਕਿ ਉਹਦਾ ਜਵਾਬ ਤਾਂ ਸ਼ਾਇਦ ਰੰਧਾਵਾ ਸਾਹਿਬ ਉਹੀ ਦੇ ਸਕਦੇ ਨੇ। ਅੱਛਾ, ਫਿਰ ਇੰਨਾ ਕੁ ਜ਼ਰੂਰ ਦੱਸ ਦਿਓ ਕਿ ਮੱਕੜ ਸਾਹਿਬ ਹਰ ਫੈਸਲਾ ਆਪ ਲੈਂਦੇ ਸੀ, ਜਾਂ ਮੱਕੜ ਸਾਹਿਬ ਨੂੰ ਵੀ ਕਿਤੇ ਕਿਹਾ ਗਿਆ ਹੋ ਸਕਦਾ ਕਿ ਇਹਨੂੰ ਨੱਪ ਦਿਓ, ਠੱਪ ਦਿਓ, ਸਾਨੂੰ ਵਾਰਾ ਨਹੀਂ ਖਾਂਦਾ ਸਿਆਸੀ ਤੌਰ ਤੇ? ਇਹ ਵੀ ਇੱਕ ਇਸ਼ਾਰਾ ਮਾਤਰ ਹੋ ਸਕਦਾ, ਮੱਕੜ ਵੀ। ਗੱਲ ਇਹ ਕਿ ਮੱਕੜ ਸਾਹਿਬ ਫੈਸਲੇ ਆਪ ਹੀ ਲੈਂਦੇ ਸੀ। ਹੁਣ ਉਹ ਕਿਸੇ ਪ੍ਰਭਾਵ ਹੇਠਾਂ ਆ ਕੇ ਉਹਨਾਂ ਨੇ ਕਿਸੇ ਕਿਸਮ ਦਾ ਜਾਂ ਇਸ ਬਾਰੇ ਕੋਈ ਫੈਸਲਾ ਲਿਆ ਹੋਵੇ, ਉਹਦੇ ਬਾਰੇ ਮੈਂ ਤਾਂ ਕੁਝ ਕਮੈਂਟ ਕਰ ਨਹੀਂ ਸਕਦਾ। ਮੇਰਾ ਨਹੀਂ ਖਿਆਲ ਕਿ ਇਹੋ ਜਿਹੀ ਗੱਲ 'ਚ ਉਹਨਾਂ ਨੂੰ ਕਿਸੇ ਨੇ ਇਨਫਲੂਐਂਸ ਕੀਤਾ ਹੋਵੇ ਜਾਂ ਉਹਨਾਂ ਨੇ ਕਿਸੇ ਦਾ ਇਨਫਲੂਐਂਸ ਮੰਨਿਆ ਹੋਵੇ। ਅੱਛਾ, ਮੈਂ ਅਗਲੀ ਗੱਲ ਜਿਹੜੀ ਹੁਣ ਇਹ ਤੁਸੀਂ ਇਹਨੂੰ ਨਿੱਜੀ ਵੀ ਲੈ ਸਕਦੇ ਹੋ ਤੇ ਨਿੱਜੀ ਨਹੀਂ ਵੀ ਲੈ ਸਕਦੇ, ਇਹ ਤੁਹਾਡੇ ਤੇ ਮੈਂ ਛੱਡਦਾ। ਫਿਰ ਇੱਕ ਗੱਲ ਆਉਂਦੀ ਹੈ ਕਿ ਜਿਹੜੇ ਇਹ ਸਿਆਸੀ ਲੋਕ ਹੁੰਦੇ ਆ, ਇਹ ਤਾਂ ਮੀਟਿੰਗ ਲਈ ਆਉਂਦੇ ਆ, ਵਿੱਚ ਵਾਰ ਆਉਂਦੇ ਆ, ਸਦਾ ਨਿੱਠ ਕੇ ਨਹੀਂ ਬੈਠਦੇ। ਇਹਨਾਂ ਨੇ ਕੋਈ ਰੋਜ਼ ਫਾਈਲਾਂ ਨਹੀਂ ਕੱਢਣੀਆਂ ਹੁੰਦੀਆਂ। ਇੱਕ ਪੀਏ ਲੱਗਿਆ ਹੁੰਦਾ ਜਿਹੜਾ ਗੱਡੀ 'ਚ ਵੀ ਕਢਾ ਲੈਂਦਾ, ਘਰੇ ਜਾ ਕੇ ਵੀ ਡਾਕ ਕਢਾ ਲਿਆਉਂਦਾ। ਮੁੱਖ ਜ਼ਿੰਮੇਵਾਰੀ ਤਾਂ ਜਿਹੜੇ ਉੱਥੇ ਬੈਠੇ ਪ੍ਰਬੰਧਕ ਹੈ, ਸਕੱਤਰ ਨੇ, ਚੀਫ ਸਕੱਤਰ, ਮੁੱਖ ਸਕੱਤਰ ਤੇ ਥੱਲੇ ਦੇ ਮੀਤ ਸਕੱਤਰ, ਐਡੀਸ਼ਨਲ ਸਕੱਤਰ, ਥੱਲੇ ਇੱਕ ਲੰਬੀ ਲਾਈਨ ਤਾਮਝਾਮ ਉਹਨਾਂ ਨੇ ਕਰਨਾ ਹੁੰਦਾ। ਪ੍ਰਬੰਧ ਵਿੱਚ ਕਿੱਥੇ ਊਣਤਾਈਆਂ ਤੁਹਾਨੂੰ ਤੁਰੰਤ ਲੱਗੀਆਂ ਸੀ ਕਿ ਇਹ ਜੋ ਕੁਝ ਵਾਪਰ ਗਿਆ? ਕਿਉਂਕਿ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਸੀ, ਬਹੁਤ ਸੈਂਸਿਟਿਵ ਮਾਮਲਾ ਸੀ। ਇੱਕ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਹੁੰਦਾ ਤੇ ਸਾਰੇ ਪਰਿਵਾਰ ਨੂੰ ਪਤਾ ਹੁੰਦਾ ਕਿ ਮਰਿਆਦਾ ਕਿਵੇਂ ਰੱਖਣੀ ਆ, ਅਸੀਂ ਕੀ ਕੀ ਇੱਥੇ ਆਪਣੇ ਆਪ ਤੇ ਪਾਬੰਦੀਆਂ, ਅਨੁਸ਼ਾਸਨ ਓੜਨੇ ਆ। ਰੰਧਾਵਾ ਸਾਹਿਬ, ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਸੁਣਾਓ ਇਹਦੇ ਬਾਰੇ ਜੀ। ਜਦੋਂ ਮਹਾਰਾਜ ਦੇ ਸਰੂਪਾਂ ਬਾਰੇ ਇਹ ਘਟਨਾ ਨਹੀਂ ਸੀ ਹੋਈ, ਤੇ ਮੈਨੂੰ ਯਾਦ ਹੈ ਕਿ ਮੈਂ 2 ਵਾਰੀ ਗੁਰਦੁਆਰਾ ਰਾਮਸਰ ਦੇ ਵਿੱਚ, ਜਿੱਥੇ ਮਹਾਰਾਜ ਦੇ ਸਰੂਪਾਂ ਦੀ ਛਪਾਈ ਹੁੰਦੀ ਹੈ, ਜਿੱਥੇ ਉਹਨਾਂ ਦੀ ਬਾਈਂਡਿੰਗ ਹੁੰਦੀ ਹੈ ਤੇ ਜਿੱਥੇ ਉਹਨਾਂ ਨੂੰ ਇਕੱਠਾ ਕਰਕੇ ਆਰਾਮ ਨਾਲ ਸੰਭਾਲਿਆ ਜਾਂਦਾ ਹੈ, ਮੈਂ ਆਪ ਉੱਥੇ ਗਿਆ ਜੀ। ਇੱਕ ਵਾਰੀ ਮੇਰੇ ਨਾਲ ਸੈਕਟਰੀ ਵੀ ਸੀਗੇ, ਸ਼ਾਇਦ ਰੂਪ ਸਿੰਘ ਸੀਗੇ ਜਾਂ ਕੋਈ ਹੋਰ ਸੀਗਾ। ਮੈਂ ਬੜਾ ਹੈਰਾਨ ਹੋਇਆ ਕਿ ਜਿਹੜੀਆਂ ਕਾਤਰਾਂ ਨੇ, ਸਮਝੋ ਕਾਤਰਾਂ ਕੀ ਹੁੰਦੀਆਂ ਨੇ, ਜਦੋਂ ਕਟਿੰਗ ਕਰਦੇ ਆ ਤੇ ਕਾਗਜ਼ ਸਾਈਡ ਦਾ ਭੱਜ ਜਾਂਦਾ ਹੈ, ਉਹ ਕਾਤਰਾਂ ਇੱਕ ਥਾਂ ਤੇ ਢੇਰੀ ਇੰਝ ਪਈ ਸੀ, ਮਾਫ ਕਰਨਾ, ਜਿਵੇਂ ਕਿਸੇ ਥਾਂ ਤੇ ਕੂੜੇ ਦੀ ਢੇਰੀ ਪਈ ਹੁੰਦੀ ਹੈ ਜੀ। ਅੱਛਾ। ਉਸੇ ਕਮਰੇ ਦੇ ਵਿੱਚ, ਜਿਸ ਕਮਰੇ 'ਚ ਮਹਾਰਾਜ ਦਾ ਸਰੂਪ 1430 ਅੰਗ ਇਕੱਠੇ ਹੋ ਕੇ ਸੰਭਾਲੇ ਜਾਂਦੇ ਨੇ, ਜਾਂ ਉਹਨਾਂ ਦੀ ਸਟਿਚਿੰਗ ਹੁੰਦੀ ਹੈ ਜਾਂ ਬਾਈਂਡਿੰਗ ਹੁੰਦੀ ਹੈ ਜੀ। ਮੈਨੂੰ ਬੜਾ ਗੁੱਸਾ ਆਇਆ ਜੀ। ਮੈਂ ਕਿਹਾ ਵੀ ਅਸੀਂ ਤਾਂ ਨੱਕ ਰਗੜਦੇ ਰਹਿੰਦੇ ਹਾਂ, ਉਹਨਾਂ ਪ੍ਰਕਰਮਾਂ 'ਚ ਬੀਬੀਆਂ ਆਪਣੇ ਪੱਲੇ ਸਿਰ ਦੇ ਚੁੰਨੀ ਲਾ ਕੇ ਅੱਧੀ ਉਹਨੂੰ ਸਫਾਈਆਂ ਕਰਦੇ ਰਹਿੰਦੀਆਂ ਨੇ। ਇੱਥੇ ਕਿਉਂਕਿ ਗੁਰੂ ਘਰ ਦਾ ਪ੍ਰਕਾਸ਼ ਹੈ, ਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਛਪਦਾ ਪਿਆ ਹੈ, ਉੱਥੇ ਸਾਡੀ ਹਾਲਤ ਇਹ ਹੈ, ਕਿੰਨਾ ਮਾੜਾ ਹਾਲ ਹੈ। ਕੋਈ ਕਾਰਪੇਟ ਨਹੀਂ ਪਾਈ ਹੋਈ ਜਿੱਥੇ ਪੈਰ ਲੰਘ ਕੇ ਜੋੜੇ ਬਾਹਰ ਲਾ ਕੇ ਪੈਰ ਪੂੰਝ ਕੇ ਬੰਦਾ ਅੰਦਰ ਜਾਵੇ। ਜਿੱਥੇ ਰੰਧਾਵਾ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਇਕੱਠੇ ਕਰਕੇ ਇੱਕ ਲੋਹੇ ਦੀ ਮੋਟੀ ਪਲੇਟ ਤੇ ਠਾ ਕਰਕੇ ਮਾਰਿਆ ਜਾਂਦਾ ਹੈ, ਮਾਫ ਕਰਨਾ, ਜਿਵੇਂ ਰਿਮ ਮਾਰੇ ਜਾਂਦੇ ਨੇ। ਮੈਂ ਕਿਹਾ ਇੱਥੇ ਖੂਬਸੂਰਤ ਜਿਹਾ ਸੋਹਣਾ ਵਾਈਟ ਚਿੱਟਾ ਜਿਹਾ ਕੱਪੜਾ ਪਾ ਲਓ, ਉਹਨੂੰ ਸਾਈਡ ਤੋਂ ਟਾਈਟ ਕਰ ਲਓ, ਕੱਪੜੇ ਉੱਤੇ ਇਹ ਕੰਮ ਕਰੋ ਜੇ ਕਰਨਾ ਹੀ ਹੈ ਤੁਸੀਂ ਤਾਂ। ਅੱਜ ਕਿਹੜਾ ਜ਼ਮਾਨਾ, ਤੁਸੀਂ ਲੋਹੇ ਉੱਤੇ ਮਹਾਰਾਜ ਦੇ ਸਰੂਪ ਨੂੰ ਠਾ ਕਰੀ ਜਾਂਦੇ ਹੋ। ਮੈਂ ਕਿਹਾ ਕਿ ਮੈਂ ਅੱਜ ਤੋਂ ਬਾਅਦ ਇਹ ਵੇਖ ਲਿਆ ਤਾਂ ਮੈਂ ਬੰਦੇ ਤੁਹਾਡੇ ਸਾਰੇ ਸਸਪੈਂਡ ਕਰ ਦੇਣੇ ਨੇ। ਅੱਛਾ, ਕੱਲ ਤੋਂ ਇਹ ਕੰਮ ਠੀਕ ਕਰੋ ਜੀ। ਗੁਰੂ ਦੀ ਕਿਰਪਾ ਹੋਈ, ਪਤਾ ਨੂੰ ਸਮਝ ਆ ਗਈ, ਸੋਝੀ ਆ ਗਈ। ਤੇ ਜਿਹੜੀਆਂ ਤੁਹਾਡੀਆਂ ਕਾਤਰਾਂ ਪਈਆਂ ਚੁੱਕ ਕੇ ਰੱਖੋ ਪਰਲੇ ਪਾਸੇ, ਇਹਦੇ 'ਚ ਇੱਕ ਵਾਲ ਪਾ ਦਿਓ। ਅਜੇ ਪੱਕੀ ਵਾਲ ਨਹੀਂ ਬਣਦੀ ਤਾਂ ਅਜੇ ਇੱਕ ਪਲਾਈ ਦੀ ਵਾਲ ਪਾ ਦਿਓ, ਤਾਂ ਕਿ ਉਹ ਤੁਹਾਨੂੰ ਨਜ਼ਰ ਨਾ ਆਵੇ। ਜਿਹੜਾ ਵੀ ਬੰਦਾ ਵੇਖਣ ਆਵੇ ਕਿ ਸਾਡੇ ਮਹਾਰਾਜ ਦੇ ਸਰੂਪ ਕਿਵੇਂ ਛਪਦੇ ਨੇ, ਕਿਵੇਂ ਸੰਭਾਲੇ ਜਾਂਦੇ ਨੇ, ਇਹਦਾ ਕਮ ਸੇ ਕਮ ਇਹ ਤਾਂ ਨਜ਼ਰ ਨਾ ਆਵੇ ਕਿ ਸਾਹਮਣੇ ਇਹਦੇ ਛੋਟੀ ਛੋਟੀ ਕਾਤਰਾਂ ਵੀ ਨਾਲ ਹੀ ਰੁਲਦੀਆਂ ਪਈਆਂ ਸਾਡੇ ਉੱਤੇ ਆ ਕੇ। ਤੀਜੀ ਗੱਲ ਜਿਹੜੇ ਤੁਸੀਂ ਹੈਰਾਨ ਹੋਵੋਗੇ ਜੀ, ਮੈਨੂੰ ਬੜੀ ਤਕਲੀਫ ਹੋਈ ਕਿ ਜਿਹੜੇ ਬੰਦੇ ਉੱਥੇ ਕੰਮ ਕਰਦੇ, ਗਰਮੀਆਂ ਦਾ ਮੌਸਮ ਸੀ, ਉਹਨਾਂ ਨੇ ਆਪਣੇ ਕੱਪੜਿਆਂ ਲਾ ਕੇ ਬੁਨੈਨਾਂ ਨਾਲ ਕਛਹਿਰਿਆਂ ਨਾਲ ਬੈਠੇ ਹੋਏ ਤੇ ਲਾ ਕੇ ਕਿੱਲੀ ਤੇ ਟੰਗੇ ਹੋਏ ਸਾਹਮਣੇ ਨਜ਼ਰ ਆਉਂਦੇ ਪਏ। ਮੈਂ ਕਿਹਾ ਇਹ ਥਾਂ ਇਹੋ ਜਿਹੀ ਹੋਣੀ ਚਾਹੀਦੀ ਹੈ। ਤੁਹਾਨੂੰ ਆਪ ਕੋਈ ਸਮਝ ਨਹੀਂ, ਕੋਈ ਅਕਲ ਨਹੀਂ ਹੈਗੀ ਤੁਹਾਨੂੰ ਕਿਸੇ ਗੱਲ ਦੀ। ਆਪਾਂ ਮਹਾਰਾਜ ਦੇ ਕਮਰੇ ਦੇ ਵਿੱਚ
ਧੂਪ ਜਗਾਉਣਾ ਇਸ ਕਰਕੇ ਨਹੀਂ ਕਿ ਧੂਪ ਇਸ ਕਰਕੇ ਕਿ ਐਟਮੋਸਫੀਅਰ ਚੰਗਾ ਹੋ ਜਾਵੇ। ਨਹੀਂ ਤੁਸੀਂ ਉੱਥੇ ਏਸੀ ਵਗੈਰਾ ਨਹੀਂ ਸੀ ਲਾ ਕੇ ਦਿੱਤੇ ਹੋਏ? ਕਿੱਥੇ ਅਸੀਂ ਏਸੀ ਲੱਗਾ ਹੋਇਆ ਸੀ ਜੀ। ਅੱਛਾ ਸਵਾਲ ਇਸ ਗੱਲ ਦਾ ਇਹ ਹੈਗਾ ਕਿ ਜੇ ਗਰਮੀ ਹੈਗੀ ਹੈ, ਐਡਾ ਵੱਡਾ ਹਾਲ ਹੈ, 2 ਏਸੀ ਭਾਵੇਂ ਲੱਗੇ ਵੀ ਸੀ, ਪਰ ਕੱਪੜੇ ਲਾਹ ਕੇ ਟੰਗੇ ਹੋਏ ਨੇ ਮੈਂ ਜੋ ਵੀ ਨੇ। ਮੇਰਾ ਕਹਿਣ ਦਾ ਮਤਲਬ ਉਹਨਾਂ ਸਾਰਾ ਕੁਝ ਵੇਖਿਆ, ਉਹਨਾਂ ਨੂੰ ਪੁਆਇੰਟ ਆਊਟ ਕੀਤਾ, ਉਹਨਾਂ ਦੇ ਇੰਚਾਰਜ ਨੂੰ ਵੀ ਬੁਲਾਇਆ ਕਿ ਤੂੰ ਰੱਬ ਦਾ ਵਾਸਤਾ ਤੇ ਇਹਨਾਂ ਗੱਲਾਂ ਨਾਲ ਮੁੜ ਕੇ ਇਹੋ ਜਿਹੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਉਹ ਜਦੋਂ ਤੋਂ ਇੰਪਰੂਵਮੈਂਟ ਹੀ ਹੋਈ, ਮੈਂ ਦੂਜੀ ਵਾਰੀ ਫੇਰ ਗਿਆ ਇਹ ਵੇਖਣ ਅੱਛਾ ਕਿ ਕਿਤੇ ਜੋ ਮੈਂ ਕਹਿ ਕੇ ਆਇਆ ਉਸ ਤੇ ਅਮਲ ਵੀ ਹੋਇਆ ਕਿ ਨਹੀਂ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਸੀ ਇਹ ਸਾਰੇ, ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਪਹਿਲਾਂ ਕਿੰਨੀ ਵਾਰੀ ਕੋਈ ਗਿਆ ਹੋਣਾ, ਜੇ ਗਿਆ ਤਾਂ ਕੁਝ ਜੋ ਮੈਂ ਪੁਆਇੰਟ ਆਊਟ ਕੀਤੀਆਂ ਨੇ ਜਾਂ ਜਿਹੜੀਆਂ ਮੈਂ ਦੱਸੀਆਂ ਨੇ ਉਹ ਦੱਸੀਆਂ ਜਾਂ ਨਹੀਂ ਦੱਸੀਆਂ, ਜਾਂ 3 ਸਾਲ ਦੇ ਦੌਰਾਨ ਚ ਕਿ ਕਿੰਨੀ ਵਾਰੀ ਕੋਈ ਬੰਦੇ ਗਏ ਨੇ ਜੀ। ਇੱਕ ਗੱਲ ਵੇਖੋ ਜੋ ਮੈਂ ਜ਼ਰੂਰ ਕਹਿਣੀ ਹੈ, ਜੇ ਇੱਕ ਅੰਤਰਿਮ ਕਮੇਟੀ ਨੇ ਇੱਕ ਫੈਸਲਾ ਕਰ ਦਿੱਤਾ ਹੈ ਕਿ ਮਹਾਰਾਜ ਦੇ ਸਰੂਪਾਂ ਦੀ ਛਪਾਈ ਹੁਣ ਆਪਾਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਜਗ੍ਹਾ ਬਣਾ ਕੇ ਕਰਨੀ ਹੈ, ਤੇ ਖਿਮਾ ਕਰਨਾ 3 ਸਾਲਾਂ ਵਿੱਚ ਅਸੀਂ ਕੋਈ ਜਗ੍ਹਾ ਨਹੀਂ ਲੱਭੀ ਹੈਗੀ ਹੁਣ ਤਾਂ। ਇਹ ਗੱਲ 2016 ਚ ਉੱਥੇ ਅੱਗ ਲੱਗੀ ਹੈ, ਅੱਜ 4 ਸਾਲ ਤੇ 2 ਮਹੀਨੇ ਹੋ ਗਏ ਨੇ, ਅੱਜ ਤੇ 4 ਸਾਲ 2 ਮਹੀਨੇ ਕੋਈ ਜਗ੍ਹਾ ਨਹੀਂ ਲੱਭੀ ਗਈ। ਅੱਛਾ ਸਕੱਤਰ ਸਾਹਿਬ ਮੈਨੂੰ ਇਹ ਦੱਸਿਓ ਹੁਣ ਤੁਸੀਂ, ਕਿਉਂਕਿ ਹੁਣ ਬਿਲਕੁਲ ਟੂ ਦਾ ਪੁਆਇੰਟ ਗੱਲ ਕਰਦੇ ਆ, ਜਦੋਂ ਇਹ ਅੱਗ ਲੱਗਣ ਦਾ ਵਾਕਿਆ ਆਉਂਦਾ ਹੈ ਉਦੋਂ ਤੁਸੀਂ ਮੁੱਖ ਸਕੱਤਰ ਸੀਗੇ, ਤੁਹਾਡੇ ਧਿਆਨ ਚ ਆਇਆ ਤੇ ਤੁਰੰਤ ਤੁਸੀਂ ਕੀ ਕੀਤਾ, ਜਾ ਕੇ ਕੀ ਦੇਖਿਆ, ਕਿੰਨੇ ਕੁ ਸਰੂਪ ਅਗਨ ਭੇਟ ਹੋਏ ਸੀਗੇ ਤੇ ਉਹਨਾਂ ਮਤਲਬ ਸਥਿਤੀ ਕੀ ਸੀ, ਕਿੰਨੇ ਕੁ ਸਰੂਪ ਪੂਰੇ ਅਗਨ ਭੇਟ ਹੋ ਗਏ ਸੀ, ਕਿੰਨੇ ਅਧੂਰੇ ਸੀਗੇ, ਕਿੰਨੇ ਪਾਣੀ ਦੀਆਂ ਵਾਸ਼ੜਾਂ ਨਾਲ ਖਰਾਬ ਹੋਏ, ਕਿਉਂਕਿ ਇਹ ਸਵਾਲ ਪੁੱਛਣ ਵਾਲੇ ਸੀਗੇ ਔਰ ਮੇਰਾ ਖਿਆਲ ਆ ਕਿ ਜਦੋਂ ਕਮੇਟੀ ਦੀ ਰਿਪੋਰਟ ਪੂਰੀ ਛਣ ਕੇ ਬਾਹਰ ਆਊਗੀ ਉਹਦੇ ਚ ਵੀ ਆਉਣਗੇ। ਇਸ ਤਰ੍ਹਾਂ ਜਦੋਂ ਗੁਰਦੁਆਰਾ ਮਹਾਰਾਜ ਸਰੂਪ ਅਗਨ ਭੇਟ ਹੋਏ ਉਸ ਵੇਲੇ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੀ ਤੇ ਅਸੀਂ ਸਾਰੇ ਇਹਦੀ ਤਿਆਰੀ ਤੇ ਬੈਠੇ ਸੀ। ਪਤਾ ਲੱਗਾ ਮੱਕੜ ਸਾਹਿਬ, ਅੰਤਰਿਕ ਕਮੇਟੀ ਦੇ ਕੁਝ ਮੈਂਬਰ, ਸਰ ਸੁਖਦੇਵ ਸਿੰਘ ਪੌਰ, ਅਸੀਂ ਸਾਰੇ ਉੱਥੇ ਗਏ ਉਸ ਵੇਲੇ ਗਿਆ ਜੀ। ਉਸ ਵੇਲੇ ਅੱਗ ਬੁੱਝ ਚੁੱਕੀ ਸੀ, 에ਅਰ ਕੰਡੀਸ਼ਨ ਸੜਿਆ ਪਿਆ ਸੀਗਾ ਜੀ, ਤੇ ਅਸੀਂ ਉਹਨਾਂ ਨੂੰ ਪੁੱਛਿਆ ਮੱਕੜ ਸਾਹਿਬ ਨੇ ਕਿ ਕਿੰਨੇ ਮਹਾਰਾਜ ਦੇ ਸਰੂਪ ਨੇ, ਉਹਨਾਂ ਕਿਹਾ ਜੀ 14 ਸਰੂਪ ਨੇ ਜਾਂ 15 ਸਰੂਪ ਨੇ ਜੀ। ਇਹ ਕਿਸੇ ਨੇ ਨਹੀਂ ਵੇਖਿਆ ਕਿ 14 ਨੇ ਜਾਂ 40 ਨੇ ਜਾਂ 35 ਨੇ, ਕਿੰਨੇ ਨੇ। ਮੈਂ ਕਿਹਾ ਕਿ ਜਿਹੜੇ ਪਾਣੀ ਦਾ ਵਾਛੜਾ ਪਿਆ, ਮੇਰਾ ਸਵਾਲ ਸੀ ਜੇ ਪਾਣੀ ਦਾ ਵਾਛੜਾ ਪਿਆ, ਕੁਝ ਮਹਾਰਾਜ ਦੇ ਸਰੂਪ ਪਾਣੀ ਦੇ ਵਾਛੜ ਨਾਲ ਵੀ ਖਰਾਬ ਹੋਏ ਉਹਨਾਂ ਨੇ। ਕਹਿੰਦਾ ਹਾਂਜੀ ਕੁਝ ਖਰਾਬ ਹੋਏ ਨੇ ਤੇ ਕੁਝ ਜਿਲਦਾਂ ਲਾ ਕੇ ਉੱਪਰਲੀਆਂ ਜਿਲਦਾਂ ਰਿਪਲੇਸ ਹੋ ਸਕਦੀਆਂ ਨੇ। ਮੈਂ ਕਿਹਾ ਬਹੁਤ ਚੰਗੀ ਗੱਲ ਹੈ ਜੀ। ਸੋ ਉਹਨਾਂ ਨੇ ਕਿਹਾ 14 ਸਰੂਪ ਨੇ, ਸਾਰੇ ਅਸੀਂ ਨਾਲ ਸੀਗੇ ਜੀ। ਇੱਕ ਗੱਲ ਯਾਦ ਰੱਖਿਆ ਜੀ, ਜਦੋਂ ਪ੍ਰਧਾਨ ਸਾਹਿਬ ਤੇ ਬਾਕੀ ਬੰਦੇ ਨਾਲ ਹੋ ਨਾ, ਤੁਸੀਂ ਲਿਮਟਿਡ ਜੀ ਗੱਲ ਹੀ ਕਰਦੇ ਹੋ ਜਿਹੜਾ ਤੁਹਾਡਾ ਮਨ ਚ ਆਉਂਦੀ ਹੈ, ਇਹ ਨਹੀਂ ਹੈਗਾ ਤੁਸੀਂ ਪ੍ਰੋਬਿੰਗ ਕਰਨ ਲੱਗ ਜਾਂਦੇ ਹੋ ਉੱਥੇ। ਉਹਨਾਂ ਨੇ 14-15 ਕਿਹਾ, ਇਹਨਾਂ ਸਾਰਿਆਂ ਨੇ 14-15 ਮੰਨ ਲਏ ਜੀ, ਇਹ ਐ ਸਿੰਪਲ ਹੈ। ਮੇਰੇ ਇੱਥੇ ਸਵਾਲ ਤੁਹਾਨੂੰ ਹੈ ਕਿ ਜੇ ਮੰਨ ਲਓ 40 ਵੀ ਹੁੰਦੇ ਜੀ ਇੱਕ ਮਿੰਟ ਨੂੰ, ਤੁਹਾਨੂੰ 40 ਕਹਿ ਦੇਣਾ ਚਾਹੀਦਾ ਸੀ, ਨਥਿੰਗ ਰੋਂਗ ਇਨ ਦੈਟ, ਕਹਿ ਦੇਣਾ ਚਾਹੀਦਾ। 40 ਸਰੂਪ ਤੁਸੀਂ ਆਪਣੇ ਟੋਟਲ ਸਟਾਕ ਚੋਂ ਲੈਸ ਕਰ ਦਿੰਦੇ ਵੀ ਇਹ ਸਰੂਪ ਅਗਨ ਭੇਟ ਹੋਏ ਨੇ। ਨਹੀਂ, ਪਰ ਸਕੱਤਰ ਸਾਹਿਬ ਨਾਲ ਹੀ ਸਵਾਲ ਜੁੜ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਮੈਨੂੰ ਵੀ ਪਤਾ ਹੈ ਕਿ ਇੰਟਰਨਲ ਆਡੀਟਰ ਵੀ ਹੈਗੇ ਆ, ਉਹਨਾਂ ਕੋਲ ਫਲਾਈਂਗ ਸਕੁਐਡ ਵੀ ਹੈ ਔਰ ਹਰ ਤਰ੍ਹਾਂ ਦੇ ਲੋਕ ਹੈ ਜਿਹੜਾ ਅਸੀਂ ਕੋਈ ਕਾਗਜ਼ ਖਰੀਦਦੇ ਆ, ਉਸ ਤੋਂ ਬਾਅਦ ਬਾਈਂਡਿੰਗ ਤੋਂ ਬਾਅਦ ਵੇਸਟੇਜ ਤੋਂ ਬਾਅਦ ਜਿੰਨੇ ਸਰੂਪ ਬਣਦੇ ਆ, ਇਹਦੀ ਇੱਕ ਨਿਰਧਾਰਤ ਹੋਊਗੀ ਮਾਤਰਾ। ਔਰ ਸਾਨੂੰ ਪਤਾ ਸੀ ਕਿ ਸਾਡੇ ਲੈਜਰ ਦੇ ਵਿੱਚ ਸਟਾਕ ਰਜਿਸਟਰ ਦੇ ਵਿੱਚ ਇੰਨਾ ਸਮਾਨ ਆਇਆ ਜਿਹੜਾ ਛਪਾਈ ਲਈ, ਔਰ ਇੰਨਾ ਅਸੀਂ ਉਹਨਾਂ ਨੂੰ ਯੂਜ਼ ਕਰ ਲਿਆ, ਇੰਨੇ ਗੁਰੂ ਮਹਾਰਾਜ ਦੇ ਸਰੂਪ ਹੋਂਦ ਵਿੱਚ ਆ ਗਏ ਆ। ਸੋ ਉਹਨੂੰ ਥੋਰੋਲੀ ਦੇਖਿਆ ਨਹੀਂ ਗਿਆ, ਕਿਉਂਕਿ ਬੜਾ ਸੌਖਾ ਸੀ, ਬੜਾ ਆਸਾਨ ਸੀ ਕਿ ਕਿੰਨੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਨੁਕਸਾਨੇ ਗਏ ਆ। ਜੇ ਉਹ ਸਾਰਾ ਡਾਟਾ ਜਿਹੜੀ ਤੁਹਾਡੀ ਉੱਥੇ ਕੈਸ਼ ਬੁੱਕ ਵੀ ਹੋਊਗੀ, ਲੈਜਰ ਵੀ ਹੋਊਗੀ, ਸਟਾਕ ਰਜਿਸਟਰ ਵੀ ਹੋਊਗਾ, ਸਾਰਾ ਕੁਝ ਹੋਊਗਾ, ਫਿਰ ਉਹ ਤਾਂ ਬਹੁਤ ਇੱਕ ਦਿਨ ਦੀ, ਮੇਰੇ ਖਿਆਲ ਇੱਕ ਦਿਨ ਦੇ ਵਿੱਚ ਹੀ ਉਹ ਸਾਰਾ ਚੈੱਕ ਹੋ ਸਕਦਾ ਹੈ, ਜਿੰਨੇ ਤੁਹਾਡੇ ਬੰਦੇ ਤੇ ਇਤਰਾਰ ਹੁੰਦੇ ਆ, ਆਈਏ ਤੇ ਬਾਕੀ ਸਾਰੇ। ਬੇਨਤੀ ਹੈ ਜੀ ਕਿ ਸਾਡੇ ਉੱਥੇ ਸਿਸਟਮ ਹੈ ਜੀ ਇੰਟਰਨਲ ਆਡਿਟ ਦਾ, ਐਨੂਅਲ ਆਡਿਟ ਦਾ ਵੀ ਹੈ, ਸਾਡੀਆਂ ਬੈਲੈਂਸ ਸ਼ੀਟਾਂ ਵੀ ਬਣਦੀਆਂ ਰਹਿੰਦੀਆਂ ਨੇ ਜੀ। ਤੁਸੀਂ ਗੱਲ ਵੇਖੋ, ਜਿੰਨਾ ਕਾਗਜ਼ ਖਰੀਦਿਆ ਜਾਂਦਾ ਹੈ ਉਹਦੀ ਅਪਰੂਵਲ ਲਈ ਜਾਂਦੀ ਹੈ ਜੀ, ਉਹਦੀ ਅਪਰੂਵਲ ਲਈ ਜਾਂਦੀ ਹੈ, ਤੇ ਜਿਹੜੀ ਤੁਹਾਡੇ ਕੋਲ ਕਾਗਜ਼ ਪਿਆ ਪਲੱਸ ਜਿੰਨਾ ਕਾਗਜ਼ ਖਰੀਦਿਆ, ਇਹਦਾ ਟੋਟਲ ਕਰ ਲਓ। ਜਿੰਨੇ ਮਹਾਰਾਜ ਦੇ ਸਰੂਪ ਛਪੇ ਨੇ, ਇੱਕ ਸਰੂਪ ਤੇ ਕਿੰਨਾ ਕਾਗਜ਼ ਲੱਗਦਾ ਹੈ ਪਲੱਸ ਦੀ ਵੇਸਟੇਜ, ਐਕਸੈਪਟੇਬਲ ਵੇਸਟੇਜ, ਉਹਨੂੰ ਐਡ ਕਰ ਲਓ ਤਾਂ ਤੁਹਾਨੂੰ ਬਾਕੀ ਕਾਗਜ਼ ਦੀ ਇਨਵੈਂਟਰੀ ਵੀ ਲੱਗ ਜਾਏਗੀ ਪਤਾ, ਤੇ ਕਿੰਨੇ ਸਰੂਪ ਛਪੇ ਨੇ ਉਸ ਸਾਲ ਉਹ ਵੀ ਲੱਗ ਜਾਏਗਾ ਪਤਾ। ਗੱਲ ਤਾਂ ਬੜੀ ਸਿੰਪਲ ਸਧਾਰਨ ਹੈ, ਇਹ ਕੋਈ ਰਾਕਟ ਸਾਇੰਸ ਤਾਂ ਹੈ ਨਹੀਂ ਜਿਹੜੀ ਕਿਸੇ ਨੂੰ ਆਮ ਸਮਝ ਨਹੀਂ ਆਉਂਦੀ, ਬੜੀ ਨਾਰਮਲ ਦੀ ਗੱਲ ਹੈਗੀ। ਕਦੀ ਕਿਸੇ ਇੰਟਰਨਲ ਆਡੀਟਰ ਨੇ ਕਦੀ ਕਿਸੇ ਰਿਪੋਰਟ ਦੇ ਵਿੱਚ ਇਹ ਨਹੀਂ ਲਿਖਿਆ ਕਿ ਸਾਡੀ ਇਨਵੈਂਟਰੀ ਠੀਕ ਹੈ ਕਾਗਜ਼ ਦੀ ਜਾਂ ਮਹਾਰਾਜ ਦੇ ਸਰੂਪਾਂ ਦੀ। ਦੇਖੋ ਸਾਡੇ ਕੋਲੋਂ ਕੋਈ ਸਿਗਨਲ ਕਿੱਥੋਂ ਆਏਗਾ, ਜਾਂ ਅੰਦਰੋਂ ਕੋਈ ਪਤਾ ਲੱਗੇ, ਜਾਂ ਇੰਟਰਨਲ ਆਡਿਟ ਰਿਪੋਰਟ ਹੋਵੇ, ਜਾਂ ਫਾਈਨਲ ਰਿਪੋਰਟ ਹੋਵੇ,
ਕਿ ਜੀ ਜਦੋਂ ਬੈਲੈਂਸ ਸ਼ੀਟ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਵਿਭਾਗਾਂ ਦੀ, ਆਪਾਂ ਇਹ ਤਾਂ ਕਰ ਸਕਦੇ, ਇਹ ਤਾਂ ਕਰ ਲੈਂਦੇ ਆ ਜੀ ਆਪਾਂ ਵੀ ਖਰੀਦ ਕਿੰਨੀ ਹੋਈ, ਲੋਹਾ ਕਿੰਨਾ ਖਰੀਦਿਆ ਗਿਆ, ਸੀਮੈਂਟ ਕਿੰਨਾ ਖਰੀਦਿਆ ਗਿਆ, ਇਹ ਖਰੀਦਿਆ ਗਿਆ, ਇਹਦਾ ਆਡਿਟ ਵੀ ਹੈ। ਪਰ ਸਵਾਲ ਹੈ ਕਿਸੇ ਨੇ ਕੋਈ ਰਿਪੋਰਟ ਕੀਤੀ ਨਹੀਂ, ਤੇ ਮੈਂ ਇਹ ਮਹਿਸੂਸ ਕਰਦਾ ਜਦੋਂ ਰਿਪੋਰਟ ਕੋਈ ਨਹੀਂ ਹੋਈ ਇਹਦਾ ਮਤਲਬ ਹੈ ਸਭ ਕੁਝ ਉੱਥੇ ਠੀਕ ਹੀ ਹੋਣਾ। ਦੈਟਸ ਵਾਈ ਹੁਣ ਸਵਾਲ ਇੱਕ ਗੱਲ ਹੋਰ ਬੜਾ ਵੱਡਾ ਜੀ, ਤੁਸੀਂ ਇਸ ਰਿਪੋਰਟ ਨੂੰ ਸਿੰਘ ਸਾਹਿਬ ਵਾਲੇ ਜਿਹੜਾ ਪ੍ਰੈਸ ਰਿਲੀਜ਼ ਕੀਤਾ ਹੈ ਉਹਦੀਆਂ 2 ਲਾਈਨਾਂ ਲਿਖੀਆਂ ਨੇ ਜੀ। ਮੈਂ ਉੱਥੇ ਹੁਣਾ, ਪਰ ਮੈਨੂੰ ਇੱਕ ਸਵਾਲ ਵਿੱਚ ਰਹਿ ਜਾਣਾ ਜੀ, ਬਹੁਤ ਨਾਲ ਜੁੜਦਾ। ਸਰਦਾਰ ਸਾਹਿਬ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਦੇਖੀਏ ਤੇ ਜੇ ਸਭ ਤੋਂ ਸੰਵੇਦਨਸ਼ੀਲ ਤੇ ਸਭ ਤੋਂ ਕੋਈ ਸਿਖਰ ਵਾਲਾ ਕੰਮ ਹੈ ਜਿਹਦੇ ਤੇ ਬਹੁਤ ਸ਼ਰਧਾ ਤੇ ਸਤਿਕਾਰ ਚਾਹੀਦਾ ਹੈ, ਤੇ ਉਹ ਮੇਰਾ ਖਿਆਲ ਆ ਉਹ ਗੁਰੂ ਮਹਾਰਾਜ ਨੇ, ਜਿਨ੍ਹਾਂ ਦੇ ਕਰਕੇ ਅਸੀਂ ਇਹ ਸ਼੍ਰੋਮਣੀ ਕਮੇਟੀ ਨਾਲ ਜੁੜੇ ਆ, ਗੁਰੂ ਘਰਾਂ ਨਾਲ ਜੁੜੇ ਆ, ਜਿਨ੍ਹਾਂ ਕਰਕੇ ਸਾਰੇ ਦੇ ਸਾਰੇ ਸਾਡੇ ਸਾਧਨ ਨੇ ਉਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ। ਤੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੋ ਰਹੀ ਆ, ਮਤਲਬ ਉਹ ਇੱਕ ਤਰ੍ਹਾਂ ਨਾਲ ਹੋਂਦ ਵਿੱਚ ਆਉਂਦੇ ਆ ਨਵੇਂ ਸਿਰਿਓਂ, ਉਹ ਸਭ ਤੋਂ ਪ੍ਰਾਥਮਿਕਤਾ ਤਰਜੀਹੀ ਕੰਮ ਹੋਣਾ ਚਾਹੀਦਾ ਕਿਸੇ ਵੀ ਸਕੱਤਰ ਲਈ, ਡਿਪਟੀ ਸਕੱਤਰ ਲਈ, ਐਡੀਸ਼ਨਲ ਸਕੱਤਰ ਲਈ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਤੱਕ ਵੀ ਅਸੀਂ ਇੱਟਾਂ ਗਿਣ ਲੈਂਦੇ ਆ, ਅਸੀਂ ਸੀਮੈਂਟ ਗਿਣ ਲੈਂਦੇ ਆ, ਸਰੀਆ, ਪਰਚੇਜਾਂ ਸਾਰਾ ਕੁਝ ਕਰਦੇ ਹੋਵਾਂਗੇ, ਅਸੀਂ ਸਭ ਤੋਂ ਇਸ ਕੰਮ ਨੂੰ ਪਿੱਛੇ ਰੱਖਿਆ ਹੋ ਸਕਦਾ ਹੈ? ਜੋ ਹਾਲਾਤ ਲੱਗੇ ਆ, ਜੋ ਸਿੰਘ ਸਾਹਿਬ ਨੇ ਕਿਹਾ, ਪਹਿਲੀ ਜਿਹੜੀ ਤੁਹਾਡੀ ਇਨਕੁਆਇਰੀ ਆ ਜੂਨ 20 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਕੀਤੀ ਆ, 267 ਸਰੂਪਾਂ ਦਾ ਰੌਲਾ ਪੈਂਦਾ ਰਿਹਾ। ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 300 ਤੋਂ ਉੱਪਰ ਸਰੂਪ ਕੱਢ ਕੇ ਦਿੱਤੇ। ਇਹਦਾ ਮਤਲਬ ਸ਼੍ਰੋਮਣੀ ਕਮੇਟੀ ਨੇ ਉਹ ਜਾਂਚ ਵੀ ਬੜੇ ਸਥਾਈ ਪੱਧਰ ਤੇ ਕੀਤੀ। ਇਹ ਸਵਾਲ ਨੇ ਦੋ। ਇੱਕ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ। ਪਹਿਲੇ ਤੁਹਾਡੇ ਸਵਾਲ ਦੇ ਹਿੱਸੇ ਦਾ ਜਵਾਬ ਇਹ ਹੈ ਕਿ ਇਹ ਤਾਂ ਬਿਲਕੁਲ ਅਣਗਹਿਲੀ ਹੈ, ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ। ਇਹਦੇ 'ਚ ਜਿਹੜੀ ਸਾਡੀ ਸਭ ਤੋਂ ਜ਼ਰੂਰੀ ਆਸਥਾ ਵਾਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ, ਉਹਦੇ ਬਾਰੇ ਇਹ ਅਣਗਹਿਲੀ ਰਹੀ ਹੈ। ਪਹਿਲੀ ਗੱਲ ਡਿਪਾਰਟਮੈਂਟ ਦੀ, ਨੰਬਰ 1 ਇੰਟਰਨਲ ਆਡੀਟਰ ਦੀ, ਐਕਸਟਰਨਲ ਆਡੀਟਰ ਦੀ, ਐਂਡ ਸਾਡੇ ਉੱਪਰ ਜਿਹੜੇ ਅਧਿਕਾਰੀ ਸ਼੍ਰੋਮਣੀ ਕਮੇਟੀ ਵਿੱਚ ਬੈਠੇ ਨੇ, ਮੈਂ ਸਮਝਦਾ ਉਹਨਾਂ ਦੀ ਅਣਗਹਿਲੀ ਹੈ। ਤਾਂ ਇਹਨੂੰ ਆਪਾਂ ਨੂੰ ਸਭ ਨੂੰ ਓਨ ਕਰਨਾ ਚਾਹੀਦਾ। ਨੰਬਰ 2, ਤੁਸੀਂ ਦੂਜੀ ਗੱਲ ਇਹ ਆਖੀਏ ਕਿ ਜਿਹੜੀ ਸਾਡੀ ਹੁਣ ਇਨਕੁਆਇਰੀ ਹੋਈ ਹੈ ਮਈ ਜਾਂ ਜੂਨ 2020 ਦੇ ਵਿੱਚ, ਉੱਥੇ 267 ਸਰੂਪ ਨੇ, ਜਦੋਂ ਕਿ 328 ਸਰੂਪਾਂ ਦਾ ਵੇਰਵਾ ਜਿਹੜੀ ਪ੍ਰੈਜ਼ੈਂਟ ਇਨਕੁਆਇਰੀ ਕਮੇਟੀ ਜਿਹੜੀ ਸਾਰੀ ਈਸ਼ਰ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ, ਉਹਨੇ 328 ਸਰੂਪ ਹੈ। ਹੁਣ ਇਹ ਇਨਕੁਆਇਰੀ ਕਿਸ ਬੇਸ ਤੇ ਕੀਤੀ ਗਈ ਹੈ? ਸ਼੍ਰੋਮਣੀ ਕਮੇਟੀ ਇਨਕੁਆਇਰੀ, ਇਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਦੱਸ ਸਕਦੇ ਨੇ ਉਹਨਾਂ ਨੇ 267 ਕਿੱਥੋਂ ਕੱਢੇ ਨੇ। ਇੱਕ ਬੜੀ ਅਜੀਬ ਜੀ ਗੱਲ ਹੈ ਜੀ ਜਿਹੜੀ ਤੁਸੀਂ ਪੁੱਛ ਨਹੀਂ ਰਹੇ। ਉਹਨਾਂ ਨੇ ਇਹ ਵੀ ਕਿਹਾ, ਮੈਨੂੰ ਈਸ਼ਰ ਸਿੰਘ ਹੋਰੀ ਜਦੋਂ ਮੇਰੇ ਕੋਲ ਆਏ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਕਹਿੰਦੇ ਮੁੱਖ ਸਕੱਤਰ ਸਾਹਿਬ ਸਾਡੀ ਤਾਂ ਹਾਲਤ ਇਹ ਹੈ, ਉੱਥੇ ਪੈਨਸਲ ਨਾਲ ਸਭ ਕੁਝ ਲਿਖਿਆ ਪਿਆ ਹੈਗਾ। ਅੱਛਾ, ਉਹਨੇ ਮੈਨੂੰ ਦੱਸੀ ਇਹ ਗੱਲ, ਤੇ ਮੈਂ ਕਿਹਾ ਵੀ ਤੁਸੀਂ ਉਹ ਕਾਬੂ ਕਰ ਲਓ ਤੇ ਫਿਰ ਤੁਸੀਂ ਆਪਣੇ ਇੰਟਰਨਲ ਆਡੀਟਰ ਨੂੰ ਬੁਲਾ ਕੇ ਪੁੱਛ ਲਓ ਕਿ ਭਾਈ ਜੇ ਪੈਨਸਲ ਨਾਲ ਲਿਖਿਆ ਪਿਆ ਹੈ ਤੇ ਤੂੰ ਇਹਨੂੰ ਕੀ ਕੀਤਾ, ਇਹਦਾ ਤੂੰ ਕਿਤੇ ਆਪਣਾ ਨੋਟ ਦਿੱਤਾ ਹੈ ਕਿਤੇ? ਨਹੀਂ, ਪੈਨਸਲ ਨਾਲ ਤੇ ਅਲਾਉਡ ਹੀ ਨਹੀਂ ਹੁੰਦਾ। ਪੈਨਸਲ ਨਾਲ ਤੇ ਉਹ ਕੰਮ ਕਰੀਦਾ ਜਿਹਨੂੰ ਅਸੀਂ ਸੋਚਦੇ ਵੀ ਇਹਨੂੰ ਮਿਟਾ ਲਓ ਜਦੋਂ ਮਰਜ਼ੀ। ਉਹ ਗੱਲ ਮੈਂ ਤੁਹਾਨੂੰ ਤਾਂ ਦੱਸਦਾ ਪਿਆ ਕਿਉਂਕਿ ਮੈਨੂੰ ਸਰ ਈਸ਼ਰ ਸਿੰਘ ਨੇ ਆਪ ਦੱਸੀ ਇੱਥੇ ਆ ਕੇ ਗੱਲ। ਅੱਛਾ, ਹਾਂਜੀ, ਹੁਣ ਤੁਸੀਂ ਇਮੇਜਿਨ ਕਰੋ ਵੀ ਇਹ ਪੈਨਸਲ ਨਾਲ ਲਿਖਿਆ ਗਿਆ। ਅਗਲਾ ਸਾਲ ਫਿਰ ਮੈਨੂੰ ਉਹਨਾਂ ਨੇ ਇੱਕ ਸਵਾਲ ਕੀਤਾ ਕਿ ਜਿਹੜੇ ਮਹਾਰਾਜ ਦੇ ਸਰੂਪ ਗੋਇੰਦਵਾਲ ਸਾਹਿਬ ਭੇਜੇ ਗਏ, ਕਿੰਨੀਆਂ ਗੱਡੀਆਂ ਗਈਆਂ ਜੀ? ਮੈਂ ਕਿਹਾ ਜੀ ਹੁਣ ਮੈਨੂੰ ਤਾਂ ਯਾਦ ਨਹੀਂ, ਪਰ ਉੱਥੇ ਤਾਂ ਗੱਡੀਆਂ ਦੇ ਨੰਬਰ ਪਾਏ ਜਾਂਦੇ ਨੇ, ਗੱਡੀ ਦੀ ਮੂਵਮੈਂਟ ਨੋਟ ਕੀਤੀ ਜਾਂਦੀ, ਤੁਸੀਂ ਵੇਖ ਲਓ। ਕਹਿੰਦੇ ਹਾਂ ਮੈਂ ਵੇਖਿਆ। ਤੁਹਾਡਾ ਮਤਲਬ ਕਿ ਜਦੋਂ ਸਰੂਪ ਅਗਨ ਭੇਟ ਹੁੰਦੇ ਆ ਉਸ ਤੋਂ ਬਾਅਦ ਸੰਸਕਾਰ ਲਈ ਜੋ ਵੀ ਉੱਥੇ ਬਣਿਆ ਉਹ ਡਿਊਟੀ ਲੱਗ ਗਈ ਕਿ ਗੋਇੰਦਵਾਲ ਸਾਹਿਬ ਜਾ ਕੇ ਉਹਨਾਂ ਨੂੰ ਜਲ ਪ੍ਰਵਾਹ ਜਾਂ ਅਗਨ ਭੇਟ ਕਰ ਦਿਓ। ਮੈਂ ਕਿਹਾ ਇੱਕ ਗੱਡੀ ਵਿੱਚ ਕਿੰਨੇ ਸਰੂਪ ਆਉਂਦੇ ਨੇ, ਕਿੰਨੀਆਂ ਗੱਡੀਆਂ ਗਈਆਂ ਨੇ? ਮੈਂ ਕਿਹਾ ਤੁਸੀਂ ਦਾ ਡਾਟਾ ਲਿਆ? ਕਹਿੰਦੇ ਹਾਂ ਲਿਆ। ਮੈਂ ਕਿਹਾ ਤੁਹਾਡਾ ਕੀ ਖਿਆਲ ਹੈ ਕਿ ਸਰੂਪ 14 ਸੀ, ਜ਼ਿਆਦਾ ਸੀ, ਵੱਧ ਸੀ, ਘੱਟ ਸੀ? ਕਹਿੰਦਾ ਮੇਰਾ ਖਿਆਲ ਕੁਝ ਵੱਧ ਸੀ। ਮੈਂ ਕਿਹਾ ਫਿਰ ਤਾਂ ਬੜੇ ਮੂਰਖ ਨੇ, ਜੇ ਵੱਧ ਸੀ ਤਾਂ ਵੱਧ ਕਹਿ ਛੱਡਦੇ, ਉੱਥੇ 18 ਹੋਏ ਨੇ, 40 ਹੋਏ ਨੇ, ਫਿਰ ਉਹ ਮਾਈਨਸ ਹੋਏ ਨੇ ਆਪਣੀ ਇਨਵੈਂਟਰੀ ਚੋਂ। ਕਹਿੰਦੇ ਨਹੀਂ ਹੋਏ। ਅੱਛਾ, ਮੈਂ ਕਿਹਾ ਇਹ ਤਾਂ ਬੜੀ ਮਾੜੀ ਗੱਲ ਹੈ। ਜੇ ਆਪਣੀ ਟੋਟਲ ਇਨਵੈਂਟਰੀ ਚੋਂ 14 ਸਰੂਪ ਹੀ ਮੰਨ ਲਈਏ, 14 ਹੀ ਸੀ ਜੀ ਰਿਪੋਰਟ 'ਚ ਕਿਹਾ। ਕਹਿਣ ਲੱਗੇ ਇੱਕ ਹੋਰ ਗੱਲ ਹੈ ਕਿ 14 ਸਰੂਪ ਦਾ ਵੇਰਵਾ ਅੰਤਰਿਮ ਕਮੇਟੀ ਦੇ ਵਿੱਚ ਕਿਤੇ ਪਾਇਆ ਨਹੀਂ ਗਿਆ। ਇਹ 14 ਸਰੂਪ ਨੂੰ ਅਗਨ ਭੇਟ ਹੋਏ ਨੇ। ਚਲੋ ਮੈਂ ਕਿਹਾ ਉਹ ਤਾਂ ਇੱਕ ਅਲੱਗ ਗੱਲ ਹੈ ਵੀ ਸਰਬ ਦਾ ਵੇਖ ਹੀ ਆਇਆ ਸੀ ਉੱਥੇ ਜਾ ਕੇ, ਇਹ ਨਹੀਂ ਪਾਇਆ ਗਿਆ, ਪਾਉਣਾ ਚਾਹੀਦਾ ਸੀ, ਰਿਕਾਰਡ ਬਣਨਾ ਚਾਹੀਦਾ ਸੀ। ਪਰ ਜਿਹੜੇ ਸਰੂਪ ਨੂੰ ਅਗਨ ਭੇਟ ਲਈ ਭੇਜਿਆ ਗਿਆ ਉੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਕਹਿੰਦੇ ਉਹਦੀ ਕੋਈ ਐਂਟਰੀ ਨਹੀਂ ਹੋਈ। ਮੈਂ ਕਿਹਾ ਜੀ ਹੋ ਆਇਓ ਤੁਸੀਂ? ਮੈਂ ਕਿਹਾ ਜੀ ਕੋਈ ਅਧਿਕਾਰੀ ਸਾਡਾ ਨਾਲ ਗਿਆ ਸੀ? ਕਹਿੰਦੇ ਹਾਂ ਜੀ ਇਹ ਗਿਆ ਸੀ।
ਮੈਂ ਕਿਹਾ ਤੁਸੀਂ ਉਹਨੂੰ ਪੁੱਛ ਲੈਣਾ ਸੀ ਹੂੰ ਕਿ ਭਾਈ ਤੂੰ ਉੱਥੇ ਗਿਆ ਹੈ ਤੇ ਜਾ ਕੇ ਐਂਟਰੀ ਨਹੀਂ ਕਰਾਈ ਕਿ ਅਸੀਂ ਇੰਨੇ ਮਹਾਰਾਜ ਦੇ ਸਰੂਪ ਲੈ ਕੇ ਆਇਆ ਤੇ ਇਹ ਤੁਸੀਂ ਰਿਸੀਵ ਕਰੋ ਤੇ ਹੁਣ ਮੈਨੂੰ ਅਗਨ ਪੇਟ ਕਰਕੇ ਤੇ ਸਾਨੂੰ ਇਹਦੀ ਰਸੀਦ ਫੜਾ ਦਿਓ ਕਿ ਇਹਨੂੰ ਅਕਨੌਲੇਜ ਕਰ ਦਿਓ ਸਾਡੇ ਲੈਟਰ ਨੂੰ। ਕੁਛ ਤਾਂ ਕੁਛ ਹੋਣਾ ਹੀ ਚਾਹੀਦਾ ਨਾ ਜੀ। ਕਹਿਣ ਲੱਗੇ ਜੀ ਇਹ ਤਾਂ ਕੁਛ ਵੀ ਨਹੀਂ ਹੋਇਆ। ਮੈਂ ਕਹਿੰਦਾ ਬਹੁਤ ਬੜੀ ਮਾੜੀ ਗੱਲ ਹੈ ਜੀ। ਤੁਸੀਂ ਉਹਦਾ ਜਵਾਬ ਕੀ ਸੀ ਉਹਨਾਂ ਦਾ? ਕਹਿੰਦਾ ਉਹਨਾਂ ਦਾ ਜਵਾਬ ਗੋਲਮੋਦੀ ਸੀਗਾ। ਇਹ ਮੈਨੂੰ ਸਰ ਈਸ਼ਰ ਸਿੰਘ ਨੇ ਆਪ ਗੱਲ ਦੱਸੀ ਸੀ। ਚਲੋ ਆਪਾਂ ਉਸ ਗੱਲ 'ਚ ਵੀ ਨਾ ਜਾਈਏ, ਆਪਾਂ ਅਗਲੀ ਗੱਲ 'ਚ ਜਾਈਏ। ਹੁਣ ਸਵਾਲ ਇਸ ਗੱਲ ਦਾ ਹੈ ਕਿ ਇਹ ਬੜਾ ਸਤਿਕਾਰ ਵਾਲੀ ਮਸਲਾ ਸੀ ਜਿਹੜਾ ਕਿ ਬੜੀ ਸੰਵੇਦਨ ਨਾਲ ਸੰਭਾਲਣਾ ਚਾਹੀਦਾ ਸੀ, ਜਿਹੜਾ ਨਹੀਂ ਸੰਭਾਲਿਆ ਗਿਆ। ਮੈਂ ਇੱਕ ਹੋਰ ਸਵਾਲ ਪੁੱਛਦਾ ਤੁਹਾਨੂੰ ਜੀ ਅੱਜ, ਜੇ ਇਹ ਬੰਦਾ ਰਿਟਾਇਰ ਨਾ ਹੁੰਦਾ ਜਿਹਦੇ ਵਿੱਚ 267 ਸਰੂਪਾਂ ਦੀ ਗੱਲ ਹੀ ਬੰਦ, ਉਹਦੀ ਗੱਲ ਹੀ ਸੁਣ ਲਈ ਉਸ ਬੰਦੇ ਸ਼ਾਇਦ ਦੀ, ਕਵਲਜੀਤ ਕੀ ਨਾਂ ਸੀ ਉਹਦਾ, ਹਾਂਜੀ ਜੇ ਰਿਟਾਇਰ ਨਾ ਹੁੰਦਾ ਅਗਲੇ 2 ਸਾਲ, ਇਹਦਾ ਮਤਲਬ ਹੈ ਸਾਨੂੰ ਅਗਲੇ 2 ਸਾਲ ਹੋਰ ਵੀ ਪਤਾ ਨਹੀਂ ਸੀ ਕੁਛ ਲੱਗਣਾ। ਇਹ ਗੱਲ ਠੀਕ ਹੈ ਜੀ ਜਿਸ ਹਿਸਾਬ ਨਾਲ ਕੰਮ ਚੱਲਦਾ ਪਿਆ ਜੀ। ਤੇ ਫਿਰ ਮੇਰਾ ਸਵਾਲ ਹੈ, ਇਹਦਾ ਮਤਲਬ ਟਰਾਂਸਪੇਰੈਂਸੀ, ਪਾਰਦਰਸ਼ਤਾ, ਸਾਫ਼ਗੋਈ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ? ਜਿਹੜੀ ਇੱਥੇ ਉਹ ਗੱਲ ਹੋਈ ਹੈ ਉਸ ਹਿਸਾਬ ਨਾਲ ਜੇ ਸਾਡੇ ਚੈਕਸ ਐਂਡ ਬੈਲੈਂਸ ਸਿਸਟਮ ਵੀਕ ਨੇ ਜਾਂ ਨਹੀਂ ਨੇ ਜਾਂ ਉਹਨਾਂ ਦੀ ਹਣਾਉਂਦਾ ਹੈ ਤਾਂ ਫਿਰ ਪਾਰਦਰਸ਼ਕ ਕਿੱਥੋਂ ਰਹਿਣੀ ਹੈ? ਮੈਨੂੰ ਇੱਕ ਹੋਰ ਚੀਜ਼, ਹਾਂ ਗੁਰਦੀ ਹੋ ਸੁਣੋ, ਜੇ ਰੰਧਾਵਾ ਸਾਹਿਬ ਬੰਦੇ ਨੂੰ ਡਰ ਹੋਵੇ ਨਾ ਮੇਰਾ ਚੈਕਿੰਗ ਹੁੰਦੀ ਪਈ ਹੈ ਪਰ ਮੈਨੂੰ ਪੁੱਛਿਆ ਵੀ ਜਾਏਗਾ ਤਾਂ ਫਿਰ ਤਾਂ ਬੰਦਾ ਸੁਚੇਤ ਵੀ ਹੁੰਦਾ। ਜੇ ਜਿਵੇਂ ਈਸ਼ਰਸ ਦੇ ਕਹਿਣ ਮੁਤਾਬਕ ਤੇ ਪੈਨਸਲ ਨਾਲ ਹੀ ਐਂਟਰੀਆਂ ਨੇ ਤੇ ਪੈਨਸਲ ਨਾਲ ਹੀ ਲੈਜਰ ਬਣਾਇਆ ਗਿਆ ਤੇ ਫਿਰ ਆਪਾਂ ਕੀ ਕਰ ਸਕਦੇ ਹਾਂ ਉਸ ਤੋਂ ਬਾਅਦ ਜੀ? ਅੱਛਾ ਇੱਕ ਹੋਰ ਚੀਜ਼ ਸਕੱਤਰ ਸਾਹਿਬ, ਉੱਥੇ ਤੁਸੀਂ ਇੱਕ ਬਾਹਰੋਂ ਵੀ ਸੀਏ ਹਾਇਰ ਕੀਤੇ ਹੋਏ ਆ ਜਿਨ੍ਹਾਂ ਬਾਰੇ ਰੌਲਾ ਪੈਂਦਾ ਰਿਹਾ ਕਿ ਉਹ ਕਾਫੀ ਵੱਡੀ ਅਮਾਉਂਟ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਦਿੰਦੀ ਹੈ, ਸ਼ਾਇਦ ਮਿਸਟਰ ਕੋਹਲੀ, ਉਹਨਾਂ ਦਾ ਵੀ ਕੋਈ ਆਡਿਟ ਦਾ ਪ੍ਰਬੰਧ ਹੈ, ਆਡਿਟ ਦੀ ਡਿਊਟੀ ਹੈ ਨਾ? ਤੇ ਇਸ ਆਡਿਟ ਦੇ ਵਿੱਚੋਂ ਜੇ ਕੋਈ ਸ਼੍ਰੋਮਣੀ ਕਮੇਟੀ ਦਾ ਸ਼ੋਭਾ ਜਾਂ ਕੋਈ ਵੱਖਰਾ ਹੈ ਮਹਿਕਮਾ, ਉਹ ਕਿਉਂ ਹੈ? ਜੇਕਰ ਸਾਰੀ ਸ਼੍ਰੋਮਣੀ ਕਮੇਟੀ ਲਈ ਪੈਸੇ ਦੇ ਰਹੇ ਆ ਤੇ ਫਿਰ ਆਖਰ ਉਹ ਚੀਜ਼ ਅਛੂਤੀ ਕਿਉਂ ਰਹੇਗੀ? ਜਾਂ ਉਧਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ, ਜਾਂ ਉਹਨਾਂ ਨੂੰ ਜਿਹੜਾ ਆਰਡਰ ਉਹਨਾਂ ਲਈ ਕੀਤੇ ਗਏ ਉਹਦੇ ਵਿੱਚ ਉਹ ਲਿਖਿਆ ਨਹੀਂ ਗਿਆ? ਉਹ ਜਰਾ ਮੈਨੂੰ ਦੱਸਿਓ, ਕਿਉਂਕਿ ਤੁਹਾਡੇ ਵੇਲੇ ਵੀ ਉਹ ਸੀਏ ਸੀਗੇ। ਇਸ ਤਰ੍ਹਾਂ ਸੀ, ਮੇਰੇ ਆਉਣ ਤੋਂ ਪਹਿਲਾਂ ਹੀ ਉਹ ਸੀਏ ਵੈਸੇ ਲੱਗੇ ਹੋਏ ਸੀ, ਮੇਰੇ ਹੁੰਦਿਆਂ ਵੀ ਰਹੇ ਨੇ ਤੇ ਅੱਜ ਵੀ ਹੈਗੇ ਨੇ ਜੀ। ਹੁਣ ਪਿੱਛੇ ਜਾਏ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਐਕਸਟੈਂਸ਼ਨ ਵੀ 4 ਸਾਲ 5 ਸਾਲ ਇਕੱਠੀ ਕਰ ਦਿੱਤੀ ਗਈ ਹੈ। ਉਹ ਤਾਂ ਗੱਲ ਜਾਣਦੇ ਹੋ, ਪ੍ਰੋਫੈਸ਼ਨਲ ਆਦਮੀ ਹੈ ਉਹ ਤੇ ਜਿਵੇਂ ਸ਼੍ਰੋਮਣੀ ਕਮੇਟੀ ਨੂੰ ਮਨਜ਼ੂਰ ਹੋਵੇ। ਬੇਨਤੀ ਹੈ ਜੀ ਕਿ ਕੋਈ ਕਿਸੇ ਨੂੰ ਰੋਕ ਸਕਦਾ ਕਿਤੇ ਨਾ ਜਾਵੇ, ਇਹ ਤਾਂ ਗੱਲ ਹੀ ਨਹੀਂ। ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਵਿਭਾਗਾਂ ਦਾ ਆਡਿਟ ਉਹਨੇ ਕਰਨਾ ਹੈ। ਇਹ ਨਹੀਂ ਹੋ ਸਕਦਾ ਕਿ ਪਬਲਿਕੇਸ਼ਨ ਆਡਿਟ ਰੰਧਾਵਾ ਜੀ ਕਰਨ ਜਾਂ ਮੈਂ ਕਰਾਂ ਤੇ ਉਹਦਾ ਬਾਕੀ ਸਭ ਦਾ ਆਡਿਟ ਉਹ ਕਰੇ। ਇਹ ਨਹੀਂ ਹੁੰਦਾ ਜੀ, ਆਡਿਟ ਨਹੀਂ ਕਰਨਾ ਸੀਗਾ ਜੀ। ਸਵਾਲ ਹੈਗਾ ਕਿ ਉਹਦੀ ਆਡਿਟ ਰਿਪੋਰਟ ਤਾਂ ਕੋਈ ਆਈ ਨਹੀਂ, ਜਾਂ ਆਈ ਹੈ ਤਾਂ ਕਿੱਥੇ ਹੈਗੀ, ਤੇ ਆਡਿਟ ਰਿਪੋਰਟ 'ਚ ਕੋਈ ਆਬਜ਼ਰਵੇਸ਼ਨ ਹੈ ਤੇ ਦੱਸੀ ਕਿਉਂ ਨਹੀਂ? ਤੇ ਏਡਾ ਜੇ ਕਿਤੇ ਇੱਕ ਮੁਲਾਜ਼ਮ ਕਿਤੇ ਆਪਣਾ ਟੀਏ ਬਿੱਲ ਫਾਲਤੂ ਪਾ ਰਿਹਾ ਹੈ ਜਾਂ ਖਰਚਾ ਪਾ ਰਿਹਾ ਤਾਂ ਉਹ ਕਹਿੰਦਾ ਨਹੀਂ ਉਹ ਹਵਾਈ ਜਹਾਜ਼ ਦੀ ਟਿਕਟ ਕਿਉਂ ਗਿਆ, ਉਹਨੇ ਟਿਕਟ ਕੈਂਸਲ ਕਿਉਂ ਕਰਾਈ, ਉਹਦੇ ਤੁਸੀਂ ਸਪੈਸ਼ਲ ਦੇ ਛੱਡ ਦਿਓ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਹੈ ਉੱਥੇ ਤੁਸੀਂ ਕੋਈ ਬੋਲਦੇ ਨਹੀਂ ਹੈਗੇ। ਤੁਸੀਂ ਭਾਵੇਂ ਉਹਨੂੰ ਲੱਖਾਂ ਰੁਪਏ ਦਿਓ, ਭਾਵੇਂ ਕਰੋੜਾਂ ਰੁਪਏ ਦਿਓ, ਆਫਟਰ ਆਲ ਆਡੀਟਰ ਆਪਣੀ ਰਿਸਪਾਂਸਿਬਿਲਿਟੀ ਤੋਂ ਪਾਸੇ ਨਹੀਂ ਹੋ ਸਕਦਾ। ਮੈਂ ਬੇਨਤੀ ਕੀਤੀ ਸੀ ਗੱਲ ਕਰਨ ਲੱਗਿਆ, ਹਾਂਜੀ ਉਹਨੂੰ ਸਿਗਨਲ ਕਿੱਥੋਂ ਆਉਂਦਾ ਹੈ? ਸਿਗਨਲ ਆਉਂਦਾ ਜਾਂ ਅੰਦਰੋਂ ਵੀ ਜੇ ਗੜਬੜ ਹੁੰਦੀ ਪਈ ਜੇ ਇੱਕ, ਜਾਂ ਸਿਗਨਲ ਆਉਂਦਾ ਹੈ ਸਾਨੂੰ ਆਡੀਟਰ ਵੱਲੋਂ ਜੀ। ਆਡਿਟ ਕੀ ਹੁੰਦੀ ਹੈ? ਆਡਿਟ ਤਾਂ ਤੁਹਾਨੂੰ ਇੱਕ ਰੈੱਡ ਬਲਬ ਵਾਂਗ ਜਗਦਾ ਹੈ ਵੀ ਉਹ ਕੁਛ ਹੁੰਦਾ ਪਿਆ, ਵੇਖ ਲਓ ਇਹਨੂੰ ਜੀ, ਜਾਂ ਆ ਕੇ ਕੋਈ ਜ਼ਬਾਨੀ ਦੱਸੇ ਜਾਂ ਕੋਈ ਲਿਖ ਕੇ ਦੱਸੇ, ਕੋਈ ਗੱਲ ਕਰੇ। ਇਹੋ ਜਿਹੇ ਮਸਲੇ ਦੀ ਜ਼ਬਾਨੀ ਦਾ ਮਤਲਬ ਹੀ ਨਹੀਂ ਹੁੰਦਾ ਇਹੋ ਜਿਹੇ ਮਸਲੇ ਦਾ। ਮੇਰਾ ਕਹਿਣ ਦਾ ਮਤਲਬ ਹੈ ਕਿ ਆਡੀਟਰ ਇਸ ਰਿਸਪਾਂਸਿਬਿਲਿਟੀ ਤੋਂ ਪਾਸੇ ਨਹੀਂ ਹੋ ਸਕਦਾ। ਲੇਕਿਨ ਸਰਦਾਰ ਜੀ ਸਵਾਲ ਇਹ ਹੈ ਕਿ ਨਹੀਂ ਪਤਾ ਲੱਗਿਆ ਅਲੱਗ ਇਸ਼ੂ ਹੈ, ਜਦੋਂ ਪਤਾ ਲੱਗ ਗਿਆ ਕਿ ਅਸੀਂ ਸਰੂਪ ਜਿਹੜੇ ਨੇ ਉਹਨਾਂ ਨੂੰ ਗੋਇੰਦਵਾਲ ਸਾਹਿਬ ਜਾ ਕੇ ਅਗਨ ਭੇਟ ਵੀ ਕਰਾਏ, ਸੰਸਕਾਰ ਵੀ ਕਰਾਏ, ਉਸ ਤੋਂ ਬਾਅਦ ਅਸੀਂ ਸਾਰੇ ਕੁਝ ਨੂੰ ਪਰਦਾਦਾਰੀ 'ਚ ਰੱਖਣ ਦਾ ਯਤਨ ਕੀਤਾ। ਇਹ ਤੇ ਫਿਰ ਜਾਣ ਬੁੱਝ ਕੇ ਕੀਤੀਆਂ ਗਈਆਂ ਗਲਤੀਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇਹ ਜਾਂਚ ਕੀਤੀ ਗਈ ਹੈ ਤੇ ਹੁਣ ਸ਼੍ਰੋਮਣੀ ਕਮੇਟੀ ਨੂੰ 7 ਦਿਨਾਂ ਦੇ ਵਿੱਚ ਤੇ ਐਕਸ਼ਨ ਲੈਣ ਲਈ ਕਿਹਾ ਗਿਆ, ਤੁਹਾਨੂੰ ਲੱਗਦਾ ਹੈ ਕਿ ਇਹ ਢੁਕਵਾਂ ਹੈ ਇਹ ਸਾਰਾ ਕੁਝ, ਜਾਂ ਇਹਦੇ ਚੋਂ ਹੁਣ ਕੋਈ ਮਿਸਾਲੀ ਸਜ਼ਾਵਾਂ ਜਾਂ ਕੋਈ ਮਿਸਾਲੀ ਉਦਾਹਰਨਾਂ ਬਣਾਤੀਆਂ ਜਾਣਗੀਆਂ? ਇਸ ਤਰ੍ਹਾਂ ਨਾਗਾ ਸਾਹਿਬ ਕੋਈ ਪਰਦਾ ਤਾਂ ਨਹੀਂ ਰੱਖਿਆ ਗਿਆ। ਜਦੋਂ ਅਖਬਾਰਾਂ ਦੀਆਂ ਖਬਰਾਂ ਛਪ ਗਈਆਂ ਕਿ ਅੱਗ ਲੱਗੀ ਹੈ ਤੇ ਉੱਥੇ 14 ਸਰੂਪ ਮਹਾਰਾਜ ਦੇ ਅਗਨ ਭੇਟ ਹੋ ਗਏ ਨੇ ਜਾਂ ਖਰਾਬ ਹੋ ਗਏ ਨੇ, ਸੋ ਪਰਦੇ 'ਚ ਰੱਖਣ ਵਾਲੀ ਗੱਲ ਤਾਂ ਕੋਈ ਹੈ ਨਹੀਂ ਸੀ। 267 ਤੋਂ 300 ਉੱਪਰ ਦਾ ਅੰਕੜਾ ਜਿਹੜਾ 28 ਦਾ, ਇਹ ਕੀ ਹੈ ਸਰ? ਇਹ ਗੱਲ ਹੈ ਜੀ, ਇਹ ਜੇ ਉੱਥੇ ਚੈਕਿੰਗ ਹੀ ਨਹੀਂ ਹੋਈ, ਕਿਸੇ ਨੂੰ ਪਤਾ ਹੀ ਨਹੀਂ ਹੈਗਾ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਇੱਥੇ। ਦੇਖੋ, ਮੇਰੇ ਕੋਲ ਇਸ ਗੱਲ ਦਾ ਡਾਕੂਮੈਂਟਰੀ ਪ੍ਰੂਫ ਤਾਂ ਨਹੀਂ, ਪਰ ਮੇਰਾ ਇੱਕ ਹੰਚ ਹੈ। ਮੇਰੀ ਗੱਲ 1 ਮਿੰਟ ਲਈ ਧਿਆਨ ਨਾਲ ਸਮਝ ਲਓ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਕੁਆਇਰੀ ਕਹਿੰਦੀ ਹੈ ਕਿ 267 ਸਰੂਪ ਨੇ, ਠੀਕ।
ਸਰ ਈਸ਼ਰ ਸਿੰਘ ਦੀ ਇਨਕੁਆਇਰੀ ਕਹਿੰਦੀ ਹੈ ਕਿ 2013-14 ਤੇ 14-15 ਵਿੱਚ ਲੈਜਰ ਚੈੱਕ ਕਰਨ ਤੇ 18/8/2015 ਤੱਕ 328 ਰੁਪਏ। ਠੀਕ ਹੈ ਜੀ। ਅੱਛਾ, 15 ਤੋਂ ਪਹਿਲਾਂ ਪਹਿਲਾਂ ਹੀ ਸਭ ਕੁਝ ਇੰਨਾ ਹੈ? ਹਾਂ ਮੈਂ ਉਹੀ ਤਾਂ ਮੈਂ ਪਿੱਟਦਾ ਪਿਆ ਜੀ। ਤੁਸੀਂ ਹਾਂ, ਉਹਦੇ ਪੜੋ ਹਾਂ ਸਿੰਘ ਸਾਹਿਬ ਦੀ ਪ੍ਰੈਸ ਸਟੇਟਮੈਂਟ ਪੜ੍ਹ ਲਓ, ਮੈਂ ਤਾਂ ਉੱਥੇ ਓਕੇ ਲਫ਼ਜ਼ ਬੋਲਦਾ ਓਕੇ ਸਾਰੇ। ਓਕੇ ਓਕੇ ਓਕੇ। ਉਹ ਕਹਿੰਦੇ ਨੇ 2013 ਤੇ 14 ਵਿੱਚ ਲੈਜਰ ਚੈੱਕ ਕਰਨ ਤੇ 18/8/2015 ਤੱਕ ਗੁਰੂ ਗ੍ਰੰਥ ਸਾਹਿਬ ਦੇ 267 ਨਹੀਂ 328 ਰੂਪ ਨੇ। ਦੂਜੀ ਗੱਲ ਕੀ ਹੈ, ਜਿਹੜੀ ਵੇਸਟ ਹੈ ਉਹ ਵੇਸਟ ਘੱਟ ਲੱਗੀ ਹੈ, ਕਈ ਜ਼ਿਆਦਾ ਗਈ ਹੈ, ਉਸ ਨਾਲ ਹੋਰ ਸਰੂਪ ਛਾਪੇ ਗਏ ਨੇ, ਤਿਆਰ ਕੀਤੇ ਗਏ ਨੇ। ਕਿੱਥੇ ਗਏ? ਹੁਣ ਇੱਕ ਮਿੰਟ ਸੁਣ ਲਓ ਧਿਆਨ ਨਾਲ, ਬੜੀ ਇੰਪੋਰਟੈਂਟ ਗੱਲ ਹੈ ਜੀ। ਹੂੰ ਇਹਨਾਂ ਦੀ ਰਿਪੋਰਟ ਹੈ, ਇਹ ਦੋ ਗੱਲਾਂ ਨੇ ਜਿਸ ਤੇ ਬੇਸਡ ਕਰਦੀਆਂ। ਇਹ ਮੇਰਾ ਸਵਾਲ ਸਰ ਈਸ਼ਰ ਸਿੰਘ ਨੂੰ ਹੈ ਹੂੰ ਕਿ ਵੀ ਜੇ ਤਾਂ ਤੁਹਾਡੇ ਕੋਲ ਇਹਦੀ ਕੋਈ ਡਾਕੂਮੈਂਟਰੀ ਐਵੀਡੈਂਸ ਹੈ ਕਿ ਤੁਹਾਡੀ ਵੇਸਟ 4% ਹੋਈ ਹੈ ਜਾਂ 6% ਹੋਈ ਹੈ, ਕਿ ਜਿਹੜੀ 2% ਵੇਸਟ ਬਚੀ ਹੈ ਉਹਦੇ ਇਸ ਕਾਗਜ਼ ਦੇ ਇੰਨੇ ਸਰੂਪ ਛਪੇ, ਤਾਂ ਬੜੀ ਅੱਛੀ ਗੱਲ ਹੈ, ਤੁਹਾਡੇ ਕੋਲ ਕੋਈ ਡਾਕੂਮੈਂਟਰੀ ਪ੍ਰੂਫ ਹੈ। ਜਾਂ ਕਿਸੇ ਸਟਾਫ ਦੀ ਕਨਫੈਸ਼ਨਲ ਸਟੇਟਮੈਂਟ ਹੈ, ਹੂੰ ਮੈਂ ਉਹਨੂੰ ਵੀ ਐਕਸੈਪਟ ਕਰ ਲਾਂਗਾ ਜੀ। ਜੀ। ਠੀਕ ਹੈ ਜੀ। ਮੰਨ ਲਓ 267 ਸਰੂਪ ਨੇ ਹੂੰ ਤੇ 328 ਸਰੂਪ ਨੇ, ਜਿਸ ਗੱਲ ਦੀ ਮੇਰੇ ਮਨ 'ਚ ਹੋਰ ਤਕਲੀਫ ਹੈ ਜੀ। ਹੂੰ ਉਹ ਭਲੇ ਲੋਕੋ, ਜੇ ਇਹ ਗੱਲ ਠੀਕ ਹੈ ਸਰ ਈਸ਼ਰ ਸਿੰਘ ਦੀ ਰਿਪੋਰਟ ਮੁਤਾਬਕ, ਜੀ। ਜੇ ਇਹ ਗੱਲ ਠੀਕ ਹੈ ਤਾਂ ਇਹ ਬੇਸਡ ਹੋਣੀ ਚਾਹੀਦੀ ਹੈ ਕਿਸੇ ਐਵੀਡੈਂਸ ਤੇ, ਡਾਕੂਮੈਂਟਰੀ ਐਵੀਡੈਂਸ ਜਾਂ ਕਿਸੇ ਬੰਦੇ ਦੀ ਸਟੇਟਮੈਂਟ ਜਿਹੜਾ ਉੱਥੇ ਹੈਗਾ ਵੀ ਹਾਂਜੀ ਇਹ ਸਰੂਪ ਛਾਪੇ ਨੇ ਮਹਾਰਾਜ ਜੀ, ਆਹ ਗਲਤੀ ਹੋਈ ਹੈ, ਜਾਂ ਮੈਨੂੰ ਪਤਾ ਸੀ ਜੀ, ਜਾਂ ਮੈਂ ਦੱਸਿਆ ਨਹੀਂ। ਤਾਂ ਇਸ ਤੋਂ ਵੱਡਾ ਜ਼ੁਲਮ ਕਿਹੜਾ ਹੋ ਸਕਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੇਟਾ ਆਪਣੇ ਜੇਬ 'ਚ ਪਾ ਲਈ ਹੈ ਤੇ ਤੁਸੀਂ ਜਮ੍ਹਾਂ ਨਹੀਂ ਕੀਤੀ। ਇਹ ਬੜਾ ਵੱਡਾ ਸਵਾਲ ਹੈ। ਬੜਾ ਵੱਡਾ ਸਵਾਲ ਹੈ। ਪਿੱਛੇ ਸਰਦਾਰ ਤਰਲੋਚਨ ਸਿੰਘ ਵੀ ਇਹ ਮਸਲਾ ਉਠਾ ਕੇ ਗਏ ਸੀ ਮੇਰੇ ਨਾਲ ਕਿ ਆਖਰ ਕਿਤੇ ਇੰਜ ਤਾਂ ਨਹੀਂ ਕਿ ਵੀਆਈਪੀਜ਼ ਨੇ ਜਾਂ ਵੀਵੀਆਈਪੀਜ਼ ਨੇ ਕਿਹਾ ਕਿ ਫਲਾਣੇ ਨੂੰ ਦੇ ਦਿਓ, ਫਲਾਣੇ ਨੂੰ ਦੇ ਦਿਓ, ਸਲਿੱਪ ਚਲੇਗੀ, ਅਸੀਂ ਰੱਖ ਲਈ, ਗੁਰੂ ਮਹਾਰਾਜ ਦਾ ਸਰੂਪ ਦਿੱਤਾ ਲੇਕਿਨ ਰਿਕਾਰਡ 'ਚ ਨਹੀਂ ਪਾਇਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਵਿਧੀ ਵਿਧਾਨ ਤਾਂ ਜਿਹੜਾ ਤੁਹਾਡਾ ਹੈਗਾ ਕਿ 5 ਸਿੰਘ ਸਾਹਿਬਾਨ ਹਲਕੇ ਦਾ ਮੈਂਬਰ, ਸ਼੍ਰੋਮਣੀ ਕਮੇਟੀ, ਤੁਹਾਡੀ ਧਰਮ ਪ੍ਰਚਾਰਕ ਕਮੇਟੀ ਦਾ ਜਿਹੜਾ ਤੁਹਾਡੇ ਧਰਮ ਪ੍ਰਚਾਰ ਦਾ ਇੱਕ ਪ੍ਰਚਾਰਕ, ਉਹ ਸਾਰੀਆਂ ਰਿਪੋਰਟਾਂ ਦੇ ਆਧਾਰ ਤੇ ਤੁਸੀਂ ਜਾਰੀ ਕਰਦੇ ਹੋ। ਫਿਰ ਇਹ 328 ਸਰੂਪ ਜਿਹੜੇ ਚਲੇ ਗਏ, ਅਜੇ ਹੋ ਸਕਦਾ ਉਸ ਤੋਂ ਬਾਅਦ ਜੇ ਆਈਏ ਤੇ ਕੀ ਹੋਇਆ ਇਹ ਜਾਂਚ ਦਾ ਵਿਸ਼ਾ ਨਹੀਂ ਮੇਰੇ ਖਿਆਲ ਅਜੇ, ਲੇਕਿਨ ਇੰਨੇ ਸਰੂਪ ਕਿੱਥੇ ਗਏ, ਕਿੰਨਾ ਹੱਥਾਂ 'ਚ ਗਏ, ਸੇਫ ਹੱਥਾਂ 'ਚ ਗਏ, ਮਰਿਆਦਾ ਵਾਲੇ ਹੱਥਾਂ 'ਚ ਗਏ, ਕਿੱਥੇ ਗਏ? ਦੋ ਬੇਨਤੀਆਂ ਨੇ ਇਹਦੇ ਬਾਰੇ ਜੀ। ਪਹਿਲਾਂ ਤੁਹਾਨੂੰ ਤੁਸੀਂ ਸਿਸਟਮ ਮੇਰੇ ਕੋਲ ਪੁੱਛਿਆ ਹੈ, ਉਹ ਸਿਸਟਮ ਕੀ ਹੁੰਦਾ ਹੈ ਜੀ? ਸਿਸਟਮ ਇਹ ਹੁੰਦਾ ਹੈ ਕਿ ਪ੍ਰਚਾਰਕ, ਧਰਮ ਪ੍ਰਚਾਰ ਕਮੇਟੀ ਦਾ ਸਥਾਪਿਤ ਕੀਤਾ ਹੋਇਆ ਪ੍ਰਚਾਰਕ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਕਿਸੇ ਐਪਲੀਕੇਸ਼ਨ ਤੇ ਦਸਤਖਤ ਕਰਦੇ ਨੇ ਕਿ ਹਾਂ ਜੀ 2 ਸਰੂਪ ਦੇ ਦਿੱਤੇ ਜਾਣ ਜੀ। ਫਿਰ ਚੀਫ ਸੈਕਟਰੀ 2 ਸਰੂਪ ਵੱਧ ਤੋਂ ਵੱਧ ਦੇ ਸਕਦਾ ਹੈ ਜੀ। ਉਸ ਤੋਂ ਵੱਧ ਸਰੂਪ ਦੇਣੇ ਹੋਣ ਤਾਂ ਪ੍ਰਧਾਨ ਸਾਹਿਬ ਦੀ ਆਗਿਆ ਨਾਲ ਦਿੱਤੇ ਜਾਂਦੇ ਨੇ। ਜੇ ਮੰਨ ਲਓ ਸਾਡਾ ਹੀ ਕੋਈ ਆਪਣਾ ਗੁਰਦੁਆਰਾ ਛੋਟਾ, ਜੇ ਉਹਨੇ ਕਿਹਾ ਕਿ ਸਾਨੂੰ 5 ਸਰੂਪ ਚਾਹੀਦੇ ਨੇ ਤੇ ਪ੍ਰਚਾਰਕ ਨੇ ਵੀ ਲਿਖ ਦਿੱਤਾ ਹੈ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਤਾਂ ਫਿਰ ਚੀਫ ਸੈਕਟਰੀ 5 ਅਲਾਉ ਕਰਕੇ ਤੇ ਪ੍ਰਧਾਨ ਸਾਹਿਬ ਨੂੰ ਦੱਸਦਾ ਕਿ ਮੈਂ 5 ਦਿੱਤੇ ਨੇ, ਮੇਰੀ ਪਾਵਰ ਤੋਂ ਬਿਯੋਂਡ ਸੀਗਾ। ਪਰ ਜੇ ਸਾਡਾ ਛੋਟਾ ਜਿਹਾ ਆਪਣਾ ਗੁਰਦੁਆਰਾ ਹੈ, ਹੁਣ ਸਵਾਲ ਇਸ ਗੱਲ ਦਾ ਹੈਗਾ, ਅਸੀਂ ਲਿਖਦੇ ਹਾਂ ਸਾਹਿਬ ਕਿ ਪਿਛਲੇ ਜਿੰਨੇ ਸਾਲ ਮੈਂ ਰਿਹਾ ਤਾਂ ਫਿਰ 2 ਸਾਲ ਪੂਰੇ, ਮੈਂ ਕਦੀ ਕਿਸੇ ਨੂੰ ਭੇਟਾ ਰਹਿਤ ਇਜਾਜ਼ਤ ਨਹੀਂ ਦਿੱਤੀ। ਅੱਛਾ, ਭੇਟਾ ਲੈ ਕੇ ਸਰੂਪ ਦਿੱਤੇ, ਲਿਖਿਆ ਜਾਂਦਾ ਅੱਖਰ, ਇਹ ਨਹੀਂ ਕਿ ਸਰੂਪ ਦਿੱਤੇ ਜਾਣ, ਭੇਟਾ ਲੈ ਕੇ ਸਰੂਪ ਦਿੱਤੇ ਜਾਣ। ਹੁਣ ਸਵਾਲ ਇਸ ਗੱਲ ਹੈ ਕਿ ਪ੍ਰਧਾਨ ਸਾਹਿਬ ਬਿਨਾਂ ਭੇਟਾ ਦੇ ਅਲਾਉ ਕਰ ਸਕਦੇ ਨੇ। ਅੱਛਾ, ਕਿਸੇ ਨੂੰ ਅਲਾਉ ਕਰ ਸਕਦੇ ਨੇ, ਇਹ ਪ੍ਰਧਾਨ ਸਾਹਿਬ ਦੀ ਪ੍ਰੈਰੋਗੇਟਿਵ ਹੈ, ਉਹ ਕਰ ਸਕਦੇ ਨੇ ਜੀ। ਮੈਨੂੰ ਨਹੀਂ ਪਤਾ ਉਹਨਾਂ ਨੇ ਕਿਤਨੇ ਕੀਤੇ ਜਾਂ ਕਿਤਨੇ ਨਹੀਂ ਕੀਤੇ। ਇਹ ਜਾਂਚ ਦੇ ਵਿੱਚ ਆਇਆ ਹੋਊਗਾ ਫਿਰ ਕਿ ਇਹ ਜਿਹੜੇ ਸਰੂਪ ਗਏ ਨੇ ਇਹਨਾਂ ਨੂੰ ਕਿੰਨਾ ਦੇ ਕਹਿਣ ਤੇ ਦਿੱਤਾ ਗਿਆ, ਇਹ ਰਿਕਾਰਡ 'ਚ ਰੱਖਿਆ ਹੋਊਗਾ ਜੀ। ਮੇਰੀ ਬੇਨਤੀ ਹੈ ਜੀ ਕਿ ਜਦੋਂ 328 ਸਰੂਪ ਉਹ ਕਹਿੰਦੇ ਘੱਟ ਨੇ ਤਾਂ ਰਿਕਾਰਡ ਕਿਹੜਾ ਹੈ? ਹਾਂ, ਇਹ ਰਿਕਾਰਡ ਤੋਂ ਬਿਨਾਂ ਨੇ। ਕੀ ਗੱਲਾਂ ਕਰਦੇ ਹੋ? ਇਹ ਤਾਂ ਰਿਕਾਰਡ ਹੈ ਹੀ ਨਹੀਂ ਗਏ ਕਿਤੇ। ਜੇ ਉਹਨਾਂ ਦੀ ਰਿਪੋਰਟ ਮੈਂ ਸਰੀਸ਼ਰ ਨੇ ਵੀ ਪੁੱਛਿਆ, ਮੈਂ ਕਿਹਾ ਤੁਸੀਂ ਉਹ ਸਾਰੀਆਂ ਐਪਲੀਕੇਸ਼ਨਾਂ 2013, 14, 14, 15 ਦੀਆਂ ਵੇਖੀਆਂ ਜਿੱਥੇ ਅਪਰੂਵਲ ਦਿੱਤੀ ਗਈ ਹੈ, ਉਹ ਸਰੂਪ ਆਇਆ ਮਾਈਨਸ ਕੀਤੇ ਗਏ ਨੇ ਟੋਟਲ ਸਟਾਕ ਚੋਂ ਔਰ ਨਹੀਂ? ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਆਖੋ। ਪਰ ਫਿਰ ਮੈਨੂੰ ਦੱਸੋ ਕਿ ਇਹਦੇ ਵਿੱਚ ਜਿਹੜਾ ਪਬਲਿਕੇਸ਼ਨ ਡਿਪਾਰਟਮੈਂਟ ਦਾ ਅਮਲਾ ਫੈਲਾ ਸੀ ਉਹ ਜ਼ਿੰਮੇਵਾਰ ਹੈ ਜਾਂ ਸਕੱਤਰ ਪੱਤਰ ਦੇ ਅਧਿਕਾਰੀ ਵੀ ਜ਼ਿੰਮੇਵਾਰ ਹੋ ਸਕਦੇ? ਮੈਂ ਕਿਹਾ ਜੀ ਅਮਲਾ ਫੈਲਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਰਿਕਾਰਡ ਕੀਪਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜੀ, 101% ਜ਼ਿੰਮੇਵਾਰ ਹੈ। ਪਹਿਲਾਂ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਹੋਈ ਨੇ, ਉਸ ਤੋਂ ਬਾਅਦ ਚੈਕਿੰਗ ਕਿਉਂ ਨਹੀਂ ਹੋਈ ਉਹ ਜ਼ਿੰਮੇਵਾਰ ਨੇ ਜੀ। ਮਾਫ ਕਰਨਾ,
ਤੁਸੀਂ ਕਿਸੇ ਲੈਵਲ ਤੇ ਸੈਕਟਰੀ ਲੈਵਲ, ਚੀਫ ਸੈਕਟਰੀ ਲੈਵਲ ਤੇ ਲਿਆਓ ਕਿ ਤੁਹਾਡਾ ਯੂ ਆਰ ਲੈਕਿੰਗ ਕੰਟਰੋਲ, ਦੇयर इज अ ਡੈਰੀਲਿਕਸ਼ਨ ਆਫ ਯੂਰ ਕੰਟਰੋਲ, ਆਈ ਕੈਨ ਅੰਡਰਸਟੈਂਡ ਟੂ ਸਮ ਐਕਸਟੈਂਟ, ਬਟ ਅਸਲ ਜ਼ਿੰਮੇਵਾਰੀ ਕਿਹਦੀ ਹੈਗੀ? ਤੁਸੀਂ ਵੇਖੋ, ਮੈਂ ਨਹੀਂ ਕਹਿੰਦਾ ਕਿ ਕੋਈ ਭੱਜਦਾ ਜ਼ਿੰਮੇਵਾਰੀ ਤੋਂ। ਇੱਕ ਸੈਕਟਰੀ, ਇੱਕ ਡਿਪਾਰਟਮੈਂਟ ਦੇ 3 ਸੈਕਟਰੀ ਸੀ ਆਪਣੇ ਹੁੰਦੇ, ਜੇ ਮੈਂ ਚੀਫ ਸੈਕਟਰੀ ਸੀ, ਉਹਨਾਂ ਕੋਲ ਕਿੰਨੇ ਕਿੰਨੇ ਮਹਿਕਮੇ ਹੁੰਦੇ ਨੇ, ਕਿਤਨੇ ਕਿਤੇ 12,000 ਸਟਾਫ ਮੈਂਬਰ ਹੈ ਸਾਡੇ ਕੋਲ ਜੀ। ਸਾਡੇ ਕੋਲ 79 ਗੁਰਦੁਆਰੇ ਨੇ 85 ਸੈਕਸ਼ਨ ਦੇ ਜਿਹੜੇ ਡਾਇਰੈਕਟਲੀ ਅੰਡਰ ਕੰਟਰੋਲ ਨੇ। ਉਸ ਤੋਂ ਬਿਨਾਂ 380 ਗੁਰਦੁਆਰੇ ਨੇ ਜਿਹੜੇ ਸੈਕਸ਼ਨ 87 ਦੇ, ਇੱਥੇ ਲੋਕਲ ਕਮੇਟੀਆਂ ਤੇ ਇਨਡਾਇਰੈਕਟ ਕੰਟਰੋਲ ਸਾਡੇ ਕੋਲ ਹੈ। ਐਜੂਕੇਸ਼ਨ ਇੰਸਟੀਟਿਊਸ਼ਨ 69 ਤੁਹਾਡੇ ਸਕੂਲ ਨੇ, 39 ਤੁਹਾਡੇ ਕਾਲਜ ਨੇ, ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਅਲਬਾ ਫਲਵਾ ਹੋਰ ਤੁਹਾਡੇ ਕਿੰਨਾ ਕੁਛ ਹੈ। ਮੇਰਾ ਕਹਿਣ ਦਾ ਮਤਲਬ ਹੈ, ਜੇ ਆਪਾਂ ਉਹਨੂੰ ਕਹੀਏ ਕਿ ਉਹ ਜਾ ਕੇ ਇਨਵੈਂਟਰੀ ਚੈੱਕ ਕਰਕੇ ਆਉਂਦੇ ਤਾਂ ਇਹ ਸ਼ਾਇਦ ਪੋਸੀਬਲ ਉਹਨਾਂ ਲਈ ਵੀ ਨਾ ਸੀ। ਠੀਕ ਹੈ ਜੀ, ਮੇਰੀ ਬੇਨਤੀ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਜ਼ਿੰਮੇਵਾਰੀ ਤਾਂ ਉਸ ਸਟਾਫ ਦੀ ਆਉਂਦੀ ਹੈ, 100% ਦੀ ਆਉਂਦੀ ਹੈ। ਪਰ ਤੀਜੀ ਗੱਲ, ਮੇਰਾ ਹੋਰ ਸਵਾਲ ਹੈ ਜੀ, ਮੈਂ ਤਾਂ ਉਸ ਬੰਦੇ ਨੂੰ ਜਾਣਦਾ ਹੀ ਨਹੀਂ ਜਿਹੜਾ ਕਮਲਜੀਤ ਸਿੰਘ ਬੇਂਸ ਰਿਟਾਇਰ ਹੋਇਆ ਹੈ। ਮੈਂ ਪੁੱਛਣਾ ਚਾਹੁੰਦਾ ਕਿ ਤੈਨੂੰ ਅੱਜ ਹੀ ਉਤਰੀ ਤੇਰੇ ਦਿਮਾਗ 'ਚ ਗੱਲ ਕਿ 267 ਕਰਨੇ, ਮੇਰੇ ਕੋਲ ਪੈਸੇ ਲੈ ਲਓ, ਤੇ ਤੂੰ ਕਿੰਨੇ ਸਾਲ ਦਾ ਬੈਠਾ, ਤੂੰ ਪਹਿਲਾਂ ਕਦੀ ਮਰਿਆ ਕਿ ਮੇਰੇ ਘੱਟ ਹੈਗੇ ਨੇ ਜੀ? ਮੈਂ ਤਾਂ ਆਈ ਹੋਲਡ ਹਿਮ ਫਸਟ, ਹਿਮ ਰਿਸਪੌਂਸਿਬਲ, ਦੈਨ ਬਾਕੀ ਫਿਰ ਇੰਚਾਰਜ ਸੁਣਾ, ਆਈ ਹੋਲਡ ਹਿਮ ਰਿਸਪੌਂਸਿਬਲ ਜੇ ਮੇਰਾ ਵਾਸ ਹੋਵੇ। ਇਹ ਸਕੱਤਰ ਸਾਹਿਬ ਤੁਸੀਂ ਬਹੁਤ ਡਿਟੇਲ 'ਚ ਸਾਰਾ ਕੁਝ ਕਿਹਾ ਹੈ। ਚਲੋ ਵੇਟ ਕਰਦੇ ਆ। ਤੁਸੀਂ ਤਾਂ ਮੇਰੇ ਖਿਆਲ ਤੁਹਾਨੂੰ ਤਾਂ 18 ਤਰੀਕ ਸ਼ਾਇਦ ਮਿਲੀ ਹੈ ਸਤੰਬਰ ਦੀ, ਉਸ ਤੋਂ ਪਹਿਲਾਂ 7 ਦਿਨ 'ਚ ਸ਼੍ਰੋਮਣੀ ਕਮੇਟੀ ਨੇ ਫੈਸਲੇ ਲੈਣੇ ਆ। ਅਸੀਂ ਇਹਨਾਂ ਫੈਸਲਿਆਂ ਤੋਂ ਬਾਅਦ ਇੱਕ ਵਾਰੀ ਫਿਰ ਇਸੇ ਵਿਸ਼ੇ ਤੇ ਜੁੜਾਂਗੇ। ਔਰ ਇਹ ਤਕਲੀਫ ਇਸ ਕਰਕੇ ਹੁੰਦੀ ਹੈ ਕਿ ਜਦੋਂ ਗੁਰੂ ਘਰ ਦੇ ਵਿੱਚ ਕੋਈ ਸ਼ਰਧਾ ਨਾਲ 10 ਰੁਪਏ, 100 ਰੁਪਇਆ, 500 ਰੁਪਇਆ ਅਰਪਿਤ ਕਰਦਾ ਹੈ ਤੇ ਉਹਦੀ ਇਹ ਇੱਛਾ ਹੁੰਦੀ ਹੈ ਕਿ ਬਹੁਤ ਚੰਗੀ ਜਗ੍ਹਾ ਤੇ ਲੱਗਣੇ ਨੇ ਪੈਸੇ, ਇਹ ਗੁਰੂ ਦੀ ਨਜ਼ਰ ਦੇ ਵਿੱਚ ਨੇ ਤੇ ਮੈਂ ਗੁਰੂ ਪ੍ਰਤੀ ਆਪਣਾ ਦਸਵੰਧ ਜਾਂ ਜੋ ਵੀ ਉਹਦੀ ਸ਼ਰਧਾ ਹੁੰਦੀ ਦੇ ਕੇ ਚੱਲਿਆ। ਉਸ ਤੋਂ ਬਾਅਦ ਉਹਦੇ ਤੁਸੀਂ ਕਸਟੋਡੀਅਨ ਬਣ ਜਾਂਦੇ ਹੋ, ਤੁਸੀਂ ਰਾਖੇ ਬਣ ਜਾਂਦੇ ਹੋ, ਤੁਸੀਂ ਹੀ ਜ਼ਿੰਮੇਵਾਰ ਹੁੰਦੇ ਹੋ। ਲੋਕ ਕਹਿੰਦੇ ਆ ਕਿ ਅਸੀਂ ਤੁਹਾਨੂੰ ਦੂਜੀ ਜਗ੍ਹਾ ਰੱਬ ਦੇ ਘਰ 'ਚ ਬੈਠਿਆਂ ਦੇਖਦੇ ਹਾਂ ਕਿ ਸਭ ਤੋਂ ਇਮਾਨਦਾਰ ਤੇ ਪਵਿੱਤਰ ਰੂਹਾਂ ਹੋ, ਜੇ ਉੱਥੇ ਪਾਰਦਰਸ਼ਤਾ ਨਾ ਹੋਵੇ ਤਕਲੀਫ ਹੁੰਦੀ। ਬੇਨਤੀ ਹੈ, ਇੱਕ ਬੇਨਤੀ ਕਰ ਲਵਾਂ ਜੀ ਜਾਂਦੇ ਜਾਂਦੇ ਜੀ। ਮੈਂ ਇੱਕ ਨਾ ਰੰਧਾਵਾ ਸਾਹਿਬ ਇਸ ਟੌਪਿਕ ਨਾਲ ਕਨੈਕਟਡ ਤਾਂ ਨਹੀਂ, ਇੱਕ ਕਿਤਾਬ ਲਿਖੀ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ। ਹਾਂਜੀ, ਮੈਂ ਪੜ੍ਹੀ ਹੈ ਜੀ, ਮੈਂ ਪੜ੍ਹੀ ਹੈ। ਹਾਂਜੀ, ਪੰਥ ਦੇ ਵਿਚਾਰ ਹਿੱਤ ਜੀ। ਉਹਦੇ ਵਿੱਚ ਇਹ ਮੈਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਕਿ ਕੀ ਪਰਚੇਜ਼ਸ ਕੀ ਹੈ, ਡਿਸਟ੍ਰੀਬਿਊਸ਼ਨ 'ਚ ਕਿਵੇਂ ਹੈ ਜੀ, ਪ੍ਰਬੰਧਕ ਕਿਵੇਂ ਹੈ, ਪੋਲੀਟੀਸ਼ੀਅਨ ਦਾ ਦਖਲ ਕਿਵੇਂ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਜਥੇਦਾਰਾਂ ਸਾਹਿਬ ਨਾਲ ਸੰਬੰਧ ਕਿਵੇਂ ਨੇ, ਹੋਰ ਕਿਹੜੇ ਕਿਹੜੇ ਮਸਲੇ ਆਏ, ਇਹਨਾਂ ਬਾਰੇ ਆਪਾਂ ਲਿਖਿਆ ਉਹਦੇ ਬਾਰੇ ਜੀ। ਯਕੀਨ ਕਰਿਆ ਜੀ, ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਨੂੰ ਬੜੀ ਤਕਲੀਫ ਹੋਈ ਔਰ ਕਈ ਬੰਦੇ ਟੀਵੀ ਚੈਨਲਾਂ ਤੇ ਵੀ ਆ ਕੇ ਸਿੱਧਾ ਜੀ ਆਪ ਹੁੰਦੇ ਫਿਰ ਕੁਛ ਨਹੀਂ ਕੀਤਾ, ਫਿਰ ਦੋ ਕਰ ਲੈਂਦੇ ਨਾ, ਆਪ ਹੀ ਕਰ ਲੈਂਦੇ। ਉਹ ਭਲੇ ਲੋਕੋ, ਮੈਂ ਤਾਂ ਹਰ ਚੀਜ਼ ਦਾ ਡਾਕੂਮੈਂਟਰੀ ਪ੍ਰੂਫ ਦਿੱਤਾ, ਜਿੰਨਾ ਕਿ ਮੈਥੋਂ ਹੋ ਸਕਿਆ ਮੈਂ ਕੀਤਾ। ਮੈਂ ਨਹੀਂ ਕਹਿੰਦਾ ਕਿ ਮੈਂ ਅੱਜ ਇਸ ਚੈਨਲ ਰਾਹੀਂ ਕੋਈ ਜਸਟੀਫਾਈ ਨਹੀਂ ਕਰਦਾ ਪਿਆ। ਮੈਂ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਤੇ ਉੱਥੇ ਘੱਟ ਹੋਣੇ, ਇਹਦੇ ਬਾਰੇ ਅੱਜ ਬਹੁਤ ਵੱਡਾ ਅਹਿਮ ਮਸਲਾ ਹੈ। ਖਿਮਾ ਕਰਨਾ, ਦੂਜੇ ਮਸਲੇ ਕੁਦਰਤੀ ਗੱਲ ਹੈ, ਘੱਟ ਅਹਿਮੀਅਤ ਵਾਲੇ ਨੇ, ਪਰ ਉਹ ਵੀ ਵਿਚਾਰਨ ਵਾਲੇ ਨੇ। ਕਿਰਪਾ ਕਰਕੇ ਮੈਂ ਪ੍ਰਧਾਨ ਸਾਹਿਬ ਨੂੰ ਕਿਹਾ ਟੈਲੀਫੋਨ ਤੇ, ਮੈਂ ਕਿਹਾ ਪ੍ਰਧਾਨ ਸਾਹਿਬ ਅੱਗੇ ਤਾਂ ਕਦੀ ਕਦੀ ਆਪਾਂ ਟੈਲੀਫੋਨ ਤੇ ਗੱਲ ਕਰ ਲੈਂਦੇ ਸੀ ਪ੍ਰੈਜ਼ੈਂਟ ਪ੍ਰਧਾਨ ਸਾਹਿਬ ਨੂੰ, ਤੇ ਹੁਣ ਤਾਂ ਤੁਸੀਂ ਕੀ ਗੱਲ ਨਾਰਾਜ਼ ਹੋ ਗਏ ਜੇ ਮੈਂ ਕਿਤਾਬ ਲਿਖੀ? ਕਿਤਾਬ ਤਾਂ ਮੈਂ ਮਾੜੀ ਨਹੀਂ ਲਿਖੀ ਹੈਗੀ, ਇਹ ਕਿਤਾਬ ਤਾਂ ਤੁਸੀਂ ਬੜੀ ਚੰਗੀ ਲਿਖੀ। ਹਾਸੇ 'ਚ ਕਹਿੰਦੇ ਨੇ ਤੁਸੀਂ ਵਿਰੋਧੀਆਂ ਨਾਲ ਜਾ ਕੇ ਬਹਿ ਗਏ। ਅੱਛਾ, ਮੈਂ ਹੱਸ ਪਿਆ ਜੀ। ਮੈਂ ਕਹਿ ਰਹੀ ਅੱਗੇ ਤੁਹਾਡੇ ਮਿੱਤਰ ਸੀ, ਹੁਣ ਤੁਹਾਡੇ ਵਿਰੋਧੀ ਹੋ ਗਏ ਨੇ, ਤੁਸੀਂ ਫਿਰ ਇਕੱਠੇ ਹੋ ਜਾਣਾ। ਮੇਰਾ ਮੈਨੂੰ ਜੋ ਮਰਜ਼ੀ ਕਹੀ ਚੱਲੋ। ਮੇਰਾ ਕਹਿਣ ਦਾ ਮਤਲਬ ਹੈ ਕਿ ਗੱਲਾਂ ਸ਼੍ਰੋਮਣੀ ਕਮੇਟੀ ਦੀ ਫੰਕਸ਼ਨਿੰਗ ਦੀਆਂ ਬਹੁਤ ਹੋਰ ਵੀ ਵਿਚਾਰਨ ਵਾਲੀਆਂ ਨੇ। ਬਿਹਤਰੀਨ, ਤੁਸੀਂ ਤੁਹਾਡਾ ਸਾਫ਼ ਇਹ ਕਹਿਣਾ ਹੈ ਕਿ ਜੇਕਰ ਇੱਕ ਜਗ੍ਹਾ ਕੋਈ ਕਮੀ ਹੈ ਤੇ ਕਮੀ ਹੋਰ ਜਗ੍ਹਾ ਵੀ ਹੋ ਸਕਦੀ ਹੈ, ਜਰਾ ਨਤਾਰ ਲੈਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਕੋਈ ਹੋਰ ਵੱਡੀਆਂ ਘਟਨਾਵਾਂ ਸਾਹਮਣੇ ਆਉਣ ਤੇ ਕੌਮ ਨੂੰ ਮੁਸ਼ਕਲ ਸਥਿਤੀ 'ਚ ਪੈਣਾ ਪਵੇ। ਇਹ ਬਾਕੀ ਜਿਹੜੇ ਸ਼ੋਬੇ ਆ, ਬਾਕੀ ਮਹਿਕਮੇ ਆ, ਉਹਨਾਂ ਤੇ ਵੀ ਨਜ਼ਰਸਾਨੀ ਕਰ ਲਓ ਕਿਤੇ ਕੋਈ ਹੋਰ ਵੀ ਗਲਤ ਨਾ ਹੋ ਰਿਹਾ ਹੋਵੇ। ਬਹੁਤ ਮਿਹਰਬਾਨੀ ਸਰਦਾਰ ਜੀ, ਬਹੁਤ ਮਿਹਰਬਾਨੀ ਰੰਧਾਵਾ ਸਾਹਿਬ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।